जी बेटा स्वागत है ਤੁਹਾਡਾ ਇੱਕ ਵਾਰ ਫਿਰ। ਅੱਜ ਆਪਾਂ ਡਿਸਕਸ ਕਰਾਂਗੇ ਆਪਾਂ ਜਿਹੜਾ ਪਹਿਲਾਂ ਵੀ ਚੈਪਟਰ ਡਿਸਕਸ ਕੀਤਾ ਸੀਗਾ ਮੋਸ਼ਨ ਯਾਨੀ ਕਿ ਗਤੀ। ਉਸ ਦੇ ਵਿੱਚ ਬੇਟਾ ਆਪਾਂ ਇੰਪੋਰਟੈਂਟ MCQs ਤੇ ਨੂਮੈਰੀਕਲ ਆ ਜਿਹੜੇ ਉਹ ਅੱਜ ਤੁਹਾਡੇ ਲਈ ਹੱਲ ਕਰਾਂਗੇ। ਤਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਕਿਉਂਕਿ ਇਹ ਟੌਪਿਕ ਹੈ ਜਿਹੜਾ ਬਹੁਤ ਇੰਪੋਰਟੈਂਟ ਟੌਪਿਕ ਹੈ। ਇਹਦੇ ਵਿੱਚੋਂ ਨੂਮੈਰੀਕਲ ਆ ਜਿਹੜਾ ਉਹ ਅਕਸਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ। ਠੀਕ ਹੈ ਬੇਟਾ, ਇਹਨੂੰ ਆਪਾਂ ਇੰਗਲਿਸ਼ ਮੀਡੀਅਮ ਦੇ ਵਿੱਚ ਕਰਾਂਗੇ। ਪੰਜਾਬੀ ਵਾਲੇ ਬੱਚੇ ਵੀ ਇਹਨੂੰ ਸਮਝ ਲੈਣ ਕਿਉਂਕਿ ਇਹਦੀ ਮੈਂ ਰਿਪੀਟ ਵੀ ਕਰੂੰਗਾ ਇੰਗਲਿਸ਼ ਦੇ ਵਿੱਚ ਲਾਈਨ ਬੋਲ ਕੇ ਪੰਜਾਬੀ ਦੇ ਵਿੱਚ। ਠੀਕ ਹੈ, ਫਸਟ ਆਪਣਾ ਕੁਐਸਚਨ ਹੈ ਜਿਵੇਂ ਇਫ ਆ ਬੋਡੀ ਇਜ਼ ਮੂਵਿੰਗ ਐਟ ਕੌਂਸਟੈਂਟ ਸਪੀਡ ਇਨ ਸਰਕੂਲਰ ਪਾਥ। ਜੇ ਕੋਈ ਵਸਤੂ ਆ ਜਿਹੜੀ ਉਹ ਚੱਕਰਾਕਾਰ ਪਾਥ ਦੇ ਵਿੱਚ ਮੂਵ ਕਰ ਰਹੀ ਹੈ ਕੌਂਸਟੈਂਟ ਸਪੀਡ ਆ ਉਹਦੀ। ਠੀਕ ਹੈ, ਵੈਲੋਸਿਟੀ ਜਿਹੜੀ ਉਹਦੀ ਸਪੀਡ ਹੈ ਚਾਲ ਹੈ ਉਹ ਕੌਂਸਟੈਂਟ ਆ, ਉਹ ਨਹੀਂ ਬਦਲ ਰਹੀ, ਤਾਂ ਕੀ ਹੋ ਸਕਦਾ ਵੀ। ਫਸਟ ਆਪਸ਼ਨ ਕਹਿੰਦੇ ਨੇ ਵੈਲੋਸਿਟੀ ਇਜ਼ ਕੌਂਸਟੈਂਟ ਐਂਡ ਐਕਸਲੇਸ਼ਨ ਇਜ਼ ਜ਼ੀਰੋ। ਕਹਿੰਦੇ ਵੇਗ ਉਹਦਾ ਕੌਂਸਟੈਂਟ ਹੈ ਪਰ ਪ੍ਰਵੇਗ ਉਹਦਾ ਜ਼ੀਰੋ ਹੈ। ਪਹਿਲੀ ਆਪਸ਼ਨ ਆਪਣੇ ਕੋਲ। ਨੈਕਸਟ ਆਪਸ਼ਨ ਹੈ ਵੈਲੋਸਿਟੀ ਐਂਡ ਐਕਸਲੇਸ਼ਨ ਆਰ ਬੋਥ ਚੇਂਜਿੰਗ ਡਾਇਰੈਕਸ਼ਨ ਓਨਲੀ। ਸਿਰਫ ਦਿਸ਼ਾ ਚੇਂਜ ਕਰ ਰਹੇ ਨੇ ਦੋਨੋਂ। ਵੈਲੋਸਿਟੀ ਐਂਡ ਐਕਸਲੇਸ਼ਨ ਆਰ ਬੋਥ ਇਨਕਰੀਜ਼ਿੰਗ। ਨੈਕਸਟ ਆਪਣੇ ਕੋਲ ਆਪਸ਼ਨ ਹੈ ਵੈਲੋਸਿਟੀ ਇਜ਼ ਕੌਂਸਟੈਂਟ ਐਕਸਲੇਸ਼ਨ ਇਜ਼ ਚੇਂਜਿੰਗ ਡਾਇਰੈਕਸ਼ਨ। ਦੇਖੋ ਬੇਟਾ, ਜੇ ਕੋਈ ਬੋਡੀ ਸਰਕੂਲਰ ਪਾਥ ਦੇ ਵਿੱਚ ਮੂਵ ਕਰ ਰਹੀ ਹੈ ਤਾਂ ਡਾਇਰੈਕਸ਼ਨ ਚੇਂਜ ਹੋਣ ਕਾਰਨ ਹਰ ਥਾਂ 'ਤੇ ਉਹਦੀ ਡਾਇਰੈਕਸ਼ਨ ਚੇਂਜ ਹੋਣ ਕਾਰਨ ਜੇ ਇੱਥੋਂ ਡਾਇਰੈਕਸ਼ਨ ਕੱਢਾਂਗੇ ਇਹ ਬਣੂਗੀ, ਇੱਥੋਂ ਡਾਇਰੈਕਸ਼ਨ ਕੱਢਾਂਗੇ ਇਹ ਬਣੂ, ਇੱਥੋਂ ਕੱਢਾਂਗੇ ਇਹ ਬਣੂ। ਹਰ ਪੁਆਇੰਟ 'ਤੇ ਉਹਦੀ ਡਾਇਰੈਕਸ਼ਨ ਚੇਂਜ ਹੋਣ ਨਾਲ ਟੈਂਜੈਂਟ ਟੂ ਡਾਇਰੈਕਸ਼ਨ ਹੁੰਦੀ ਹੈ। ਹਰ ਥਾਂ 'ਤੇ ਉਸ ਦੀ ਡਾਇਰੈਕਸ਼ਨ ਚੇਂਜ ਹੋ ਰਹੀ ਹੈ, ਉਸ ਕਰਕੇ ਵੈਲੋਸਿਟੀ ਐਂਡ ਐਕਸਲੇਸ਼ਨ ਆਰ ਬੋਥ ਚੇਂਜਿੰਗ ਡਾਇਰੈਕਸ਼ਨ ਓਨਲੀ। ਠੀਕ ਹੈ, ਕੀ ਆਪਸ਼ਨ ਸਹੀ ਆ ਜੂਗੀ 2 ਵਾਲੀ ਆਪਸ਼ਨ। ਠੀਕ ਹੈ, ਸਰਕੂਲਰ ਪਾਥ ਦੇ ਵਿੱਚ ਜੇ ਕੋਈ ਬੋਡੀ ਮੂਵ ਕਰ ਰਹੀ ਹੈ ਕੌਂਸਟੈਂਟ ਸਪੀਡ ਨਾਲ ਤਾਂ ਉਹਦੀ ਵੈਲੋਸਿਟੀ ਅਤੇ ਐਕਸਲੇਸ਼ਨ ਹੈ ਜਿਹੜੇ ਉਹ ਚੇਂਜ ਕਰ ਰਹੇ ਨੇ। ਠੀਕ ਹੈ, ਨੈਕਸਟ ਅ ਗ੍ਰਾਫ ਇਜ਼ ਪਲਾਟਡ ਸ਼ੋਇੰਗ ਦਾ ਵੈਲੋਸਿਟੀ ਆਫ ਅ ਕਾਰ ਐਜ਼ ਅ ਫੰਕਸ਼ਨ ਆਫ ਟਾਈਮ। ਵੈਲੋਸਿਟੀ ਆਫ ਕਾਰ ਐਜ਼ ਅ ਫੰਕਸ਼ਨ ਆਫ ਟਾਈਮ ਮਤਲਬ ਵੈਲੋਸਿਟੀ ਹੈ ਜਿਹੜੀ ਉਹ ਫੰਕਸ਼ਨ ਹੈ ਟਾਈਮ ਦਾ। ਇਫ ਦਾ ਗ੍ਰਾਫ ਇਜ਼ ਸਟੇਟ ਲਾਈਨ, ਵੈਲੋਸਿਟੀ ਟਾਈਮ ਗ੍ਰਾਫ ਬਣੂਗਾ ਉਹ ਸਟੇਟ ਲਾਈਨ ਹੈ। ਜਦੋਂ ਵੈਲੋਸਿਟੀ ਟਾਈਮ ਗ੍ਰਾਫ ਸਟੇਟ ਲਾਈਨ ਹੁੰਦਾ ਹੈ ਉਹ ਆਪਾਂ ਦੱਸਣਾ ਵੀ ਕਦੋਂ ਹੁੰਦਾ ਹੈ। ਇਟ ਮੀਨਸ ਦੈਟ। ਠੀਕ ਹੈ, ਇਹ ਆਪਾਂ ਬੇਟਾ ਪਹਿਲਾਂ ਵਾਲੀ ਵੀਡੀਓ 'ਚ ਡਿਸਕਸ ਕੀਤੇ ਸੀ ਸਾਰੇ ਗ੍ਰਾਫ ਤੁਸੀਂ ਦੇਖਣਾ ਵੀ ਜਦੋਂ ਵੈਲੋਸਿਟੀ ਟਾਈਮ ਗ੍ਰਾਫ ਸਟੇਟ ਲਾਈਨ ਬਣਦਾ ਸੀ ਤਾਂ ਕੀ ਹੁੰਦਾ ਸੀ। ਫਸਟ ਆਪਸ਼ਨ ਹੈ ਦਾ ਕਾਰ ਸਟਾਰਟਡ ਐਟ ਰੈਸਟ, ਐਕਸਲੇਸ਼ਨ ਵਾਜ਼ ਕੌਂਸਟੈਂਟ, ਐਕਸਲੇਸ਼ਨ ਵਾਜ਼ ਇਨਕਰੀਜ਼ਿੰਗ, ਵੈਲੋਸਿਟੀ ਵਾਜ਼ ਕੌਂਸਟੈਂਟ। ਵੈਰੀ ਸਿੰਪਲ, ਐਕਸਲੇਸ਼ਨ ਵਾਜ਼ ਕੌਂਸਟੈਂਟ। ਜਦੋਂ ਵੈਲੋਸਿਟੀ ਟਾਈਮ ਗ੍ਰਾਫ ਦੇ ਵਿੱਚ ਸਟੇਟ ਲਾਈਨ ਬਣਦੀ ਹੈ ਤਾਂ ਐਕਸਲੇਸ਼ਨ ਕੀ ਹੈ ਵੀ ਕੌਂਸਟੈਂਟ ਹੁੰਦਾ। ਜਿੱਥੇ ਵੀ ਤੁਸੀਂ ਕੱਢੋਗੇ ਐਕਸਲੇਸ਼ਨ ਹੈ ਜਿਹੜਾ ਉਹ ਸੇਮ ਆਏਗਾ, ਮਤਲਬ ਯੂਨੀਫਾਰਮ ਐਕਸਲੇਸ਼ਨ ਆਏਗਾ। ਠੀਕ ਹੈ, सेकंड ऑप्शन इज करेक्ट, एक्सलेशन वाज कांस्टेंट। ठीक है, नेक्स्ट क्वेश्चन एन ऑब्जेक्ट मूव्स विद यूनीफॉर्म वेलोसिटी। कोई ऑब्जेक्ट है, कोई वस्तु है यूनीफॉर्म वेलोसिटी नाल एक समान चाल नाल गति कर रही है वेग नाल तां की हुंदा वैन कदों करदी है भी द फोर्स एक्टिंग ऑन द ऑब्जेक्ट आर बैलेंस्ड। फर्स्ट ऑप्शन है देयर इज अ नो एक्सटर्नल फोर्स एक्टिंग, कोई फोर्स नहीं। बोथ 1 एंड 2 इधर 1 और 2 की आऊगा भी यूनीफॉर्म वेलोसिटी ना कदों कर सकती है दोनों किस कर सकती है ना। फोर्स एक्टिंग ऑन द ऑब्जेक्ट इज बैलेंस मतलब जी फोर्स एक्टिंग है वो बैलेंस हो जाए, संतुलन हो जाए, मतलब नैट फोर्स कुछ ना लगे ਜਾਂ ਕੀ ਆ ਵੀ ਉਹਦੇ 'ਤੇ ਕੋਈ ਫੋਰਸ ਹੀ ਨਾ ਲੱਗੇ। देयर इज नो एक्सटर्नल फोर्स ਤਾਂ ਉਦੋਂ ਜਿਹੜੀ ਬੋਡੀ ਆ ਉਹ यूनीफॉर्म वेलोसिटी ਨਾਲ मूव करेगी। ਤਾਂ ਕਿਹੜੀ ਆਪਸ਼ਨ ਸਹੀ ਬਣੂਗੀ ਬੇਟਾ ਇਹਦੇ ਲਈ ਥਰਡ, बोथ 1 एंड 2। ठीक है, next the acceleration of a car that speeds up for 12 meter per second to 30 meter per second in 15 seconds। numerical है, ਆਪਾਂ ਕੀ ਪਤਾ ਕਰਨਾ ਵੀ ਐਕਸਲੇਸ਼ਨ ਪਤਾ ਕਰਨਾ। ਆਪਣੇ ਕੋਲੇ u ਦਿੱਤੀ ਹੈ ਇਨੀਸ਼ੀਅਲ ਵੈਲੋਸਿਟੀ ਆਰੰਭਿਕ ਵੇਗ ਕਿੰਨਾ ਦਿੱਤਾ ਵੀ 12 ਮੀਟਰ ਪਰ ਸੈਕਿੰਡ, v ਆਪਣੇ ਕੋਲ ਦਿੱਤਾ ਵੀ 30 ਮੀਟਰ ਪਰ ਸੈਕਿੰਡ, टाइम अपने को दिता है 15 सैकेंड। ठीक है, अपने एक्सलेशन पता करना है। एक्सलेशन का फार्मूला अपन बेटा पता है v माइनस यू बटा 30। तो कर दो 30 चो 12 कढ़ांगे 30 माइनस 12 बटा 15 कितना बन जूगी ये 18 बटा 15। ठीक है, इन्होंने जो आप भाग कर देंगे बेटा बन जूगी 1.2 मीटर पर सैकेंड स्क्वायर। सिंपल सीगा, नुमैरिकल सी। ਆਪਾਂ ਨੂੰ ਇਹ ਫਾਰਮੂਲਾ ਆਪਾਂ ਨੂੰ ਪਤਾ ਵੀ ਐਕਸਲੇਸ਼ਨ ਕੱਢਣ ਦਾ ਪਰ ਵੇਗ ਕੱਢਣ ਦਾ ਫਾਰਮੂਲਾ ਹੈ a = v - u ਬਟਾ t ਕਿਉਂਕਿ ਐਕਸਲੇਸ਼ਨ ਕੀ ਹੁੰਦਾ ਬੇਟਾ ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ टाइम। ठीक है, 1.2 मीटर पर सेकंड स्क्वायर आ जाएगा, सेकंड ऑप्शन सही बन जाएगी। ठीक है,
Next, a body moving along the straight line at 20 meter per second undergoes an acceleration -4 meter per second square after 2 seconds its speed will be। ਇਹ ਵੀ ਇੰਪੋਰਟੈਂਟ ਆ, ਦੇਖੋ ਬੇਟਾ ਸ਼ੁਰੂ ਦੇ ਵਿੱਚ ਆਪਾਂ ਨੂੰ ਸਪੀਡ ਦੇ ਰੱਖੀ ਹੈ ਜਿਹੜੀ ਯੂ ਉਹ ਦੇ ਰੱਖੀ ਆ 20 ਮੀਟਰ ਪਰ ਸੈਕਿੰਡ, ਠੀਕ ਹੈ। ਐਕਸਲੇਸ਼ਨ ਹੈ ਜਿਹੜਾ ਉਹ ਹੈਗਾ -4 ਮਤਲਬ ਘਟ ਰਿਹਾ, ਡੈਕਲਰੇਸ਼ਨ ਬੋਲਾਂਗੇ। ਆਫਟਰ 2 ਸੈਕਿੰਡ ਮਤਲਬ ਆਪਾਂ ਨੂੰ ਟਾਈਮ ਕਿੰਨਾ ਦਿੱਤਾ ਵੀ 2 ਸੈਕਿੰਡ। ਆਪਾਂ ਨੇ ਵੀ ਪਤਾ ਕਰਨੀ ਆ ਫਾਈਨਲ ਵੈਲੋਸਿਟੀ ਇਹਦੀ, ਫਾਈਨਲ 2 ਸੈਕਿੰਡ ਦੇ ਬਾਅਦ ਇਹਦੀ ਸਪੀਡ ਆ ਜਿਹੜੀ ਵੈਲੋਸਿਟੀ ਆ ਉਹ ਕਿੰਨੀ ਹੋਏਗੀ, ਠੀਕ ਹੈ, ਸਪੀਡ ਕਿੰਨੀ ਹੋਏਗੀ ਸੌਰੀ। ਤਾਂ ਉਹੀ ਫਾਰਮੂਲਾ ਆਪਣੇ ਕੋਲ ਹੈਗਾ v = u + at, ਜੀ ਤੋਂ ਆਪਾਂ ਐਕਸਲੇਸ਼ਨ ਕੱਢਦੇ ਹਾਂ। ਇਹ ਆ v = u + at ਜਿਹੜਾ ਆਪਾਂ ਪਹਿਲਾਂ ਵੀ ਲਾਇਆ ਬੇਟਾ। v ਕੱਢੋ, u ਆਪਾਂ ਨੂੰ ਕਿੰਨਾ ਦਿੱਤਾ 20, ਇਹ ਆਪਾਂ ਨੂੰ ਕਿੰਨਾ ਦਿੱਤਾ ਵੀ -4 ਸੌਰੀ ਇੱਥੇ ਪਲੱਸ ਆਏਗਾ, v ਪਲੱਸ u + at ਮਾਈਨਸ ਇਹ ਆਪਣੇ ਕੋਲ -4 ਆ ਗਿਆ, t ਆਪਣੇ ਕੋਲ 2 ਸੈਕਿੰਡ ਆ ਗਿਆ। ਤਾਂ 20 4 ਦੂਣੀ 8 ਆ ਜਾਏਗਾ, ਮਾਈਨਸ प्लस माइनस हो जाएगा, 20 ਦੇ ਵਿੱਚੋਂ 8 ਕੱਢ ਦੋ ਕਿੰਨਾ ਆ ਜੂ ਬੇਟਾ 12, ਠੀਕ ਹੈ। 2 ਸੈਕਿੰਡ ਬਾਅਦ ਉਹਦੀ ਸਪੀਡ ਆ ਜਿਹੜੀ ਉਹ ਕਿੰਨੀ ਰਹਿ ਜਾਣੀ ਹੈਗੀ 12 ਮੀਟਰ ਪਰ ਸੈਕਿੰਡ ਰਹਿ ਜਾਣੀ ਹੈ। ਇੰਪੋਰਟੈਂਟ ਫਾਰਮੂਲਾ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਡਿਸਕਸ ਕੀਤਾ ਸੀ, v = u + at, ਠੀਕ ਹੈ। ਆਪਾਂ ਫਾਈਨਲ ਵੈਲੋਸਿਟੀ ਕੱਢਣੀ ਸੀ, ਸਪੀਡ ਕੱਢਣੀ ਸੀ, v = u + at ਇੱਥੋਂ ਨਿਕਲ ਜਾਏਗੀ ਕਿੰਨੀ ਆ ਜੂਗੀ 12 ਮੀਟਰ ਪਰ ਸੈਕਿੰਡ। ਸੈਕਿੰਡ ਆਪਸ਼ਨ ਸਹੀ ਆ ਜੂਗੀ। ਨੈਕਸਟ ਵੀ a particle experience constant acceleration for 20 seconds after starting from rest if it travels the distance s1 in the first 10 seconds and distance s2 in the next 10 seconds then ਇਹ ਆਪਾਂ ਦੱਸਣਾ ਵੀ ਕੀ ਹੋਏਗਾ। ਦੇਖੋ ਬੇਟਾ ਇਸ ਨੂਮੈਰੀਕਲ ਦੇ ਵਿੱਚ ਕੀ ਆ, ਆਪਾਂ ਨੂੰ ਟਾਈਮ ਦਿੱਤਾ ਹੋਇਆ ਫਸਟ 10 ਸੈਕਿੰਡ ਐਂਡ ਨੈਕਸਟ 10 ਸੈਕਿੰਡ। ਆਪਾਂ ਨੇ ਇਹ ਦੱਸਣਾ ਹੈ ਜਿਹੜੇ ਡਿਸਟੈਂਸ ਉਹਨਾਂ ਨੇ ਟਰੈਵਲ ਕੀਤੀ ਉਹਨਾਂ ਦਾ ਕੀ ਰਿਲੇਸ਼ਨ। ਆਪਾਂ ਡਿਸਟੈਂਸ ਕੱਢਾਂਗੇ S1 ਕੱਢਾਂਗੇ ਫਸਟ ਆਫ ਆਲ, ਇਹ ਆਪਣੀ ਕਾਪੀ 'ਤੇ ਨੋਟ ਕਰ ਲੈਣਾ ਬੇਟਾ। S1 ਕੱਢ ਕੇ ਮੈਂ ਮਿਟਾ ਦੂੰਗਾ, S1 = ut + ½ at² ਹੋਊਗਾ ਫਸਟ 10 ਸੈਕਿੰਡ ਦੀ। S1 = ut + ½ at², ਇਹ ਆਪਣੇ ਕੋਲ ਫਾਰਮੂਲਾ ਹੁੰਦਾ ਡਿਸਟੈਂਸ ਕੱਢਣ ਦਾ। S = ut + ½ at², ਠੀਕ ਹੈ, ਪੜ੍ਹਿਆ ਹੋਇਆ ਤੁਸੀਂ। ਇਹ ਫਰੋਮ ਰੈਸਟ ਤੋਂ ਸਟਾਰਟ ਹੋ ਰਹੀ ਹੈ, ਇਸ ਕਰਕੇ u ਆ ਜਿਹੜਾ ਉਹ ਕੀ ਹੋਊਗਾ 0 ਹੋਊਗਾ। ਇਹ ਜਿਹੜੀ ਇਨੀਸ਼ੀਅਲ ਵੈਲੋਸਿਟੀ ਹੁੰਦੀ ਹੈ u ਆਰੰਭਿਕ ਵੇਗ ਆ ਜਿਹੜਾ ਉਹ 0 ਹੋਏਗਾ। ਤਾਂ S1 ਕੀ ਆ ਵੀ ਆਹ ਚੀਜ਼ ਤਾਂ 0 ਹੀ ਹੋ ਜਾਊਗੀ u ਕਰਕੇ, ½ a × t², t ਆਪਣੇ ਕੋਲ ਕਿੰਨਾ ਦਿੱਤਾ ਇਹਨਾਂ ਨੇ 10 ਸੈਕਿੰਡ, ਠੀਕ ਹੈ। ਇਹ ਕੱਟ ਕੇ 5 ਆ ਜਾਏਗਾ, ਮਤਲਬ S1 ਕਿੰਨਾ ਆ ਜਾਏਗਾ ਬੇਟਾ ਆਪਣੇ ਕੋਲ 50a, ਠੀਕ ਹੈ। ਸਕਰੀਨਸ਼ਾਟ ਲੈ ਲਓ ਆਪਣੀ ਕਾਪੀ 'ਤੇ ਨੋਟ ਕਰ ਲਓ। S1 ਕਿੰਨਾ ਆ ਗਿਆ ਆਪਣੇ ਕੋਲ 50a, ਠੀਕ ਹੈ। ਕਲੀਅਰ ਹੈ ਵੀ S1 ਆਪਣੇ ਕੋਲ ਕਿੰਨਾ ਆ ਗਿਆ 50a, ਠੀਕ ਹੈ। ਤਾਂ ਨੈਕਸਟ ਜਦੋਂ ਆਪਾਂ S2 ਕੱਢਣਾ ਉਦੋਂ ਆਪਾਂ ਨੂੰ S2 ਲਈ ਵੀ u ਚਾਹੀਦਾ, ਵੀ ਇੱਥੋਂ ਹੀ S2 ਨਿਕਲੂਗਾ। S2 ਲਈ ਵੀ ਆਪਾਂ ਨੂੰ u ਚਾਹੀਦਾ, ਠੀਕ ਹੈ। ਆਪਾਂ ਉਹਦੇ ਲਈ u ਕੱਢਦੇ ਹਾਂ ਵੀ u ਕਿੰਨਾ ਹੋਏਗਾ, ਉਹਦੇ ਲਈ ਵੈਲੋਸਿਟੀ ਕਿੰਨੀ ਹੋਊਗੀ, ਠੀਕ ਹੈ। ਤਾਂ ਪਹਿਲਾਂ ਆਪਾਂ ਵੈਲੋਸਿਟੀ v ਕੱਢਾਂਗੇ, ਜਿਹੜੀ ਉਹਦੀ ਫਾਈਨਲ ਵੈਲੋਸਿਟੀ ਹੈ ਪਹਿਲੇ 10 ਸੈਕਿੰਡਾਂ ਦੇ ਵਿੱਚ ਜਿਹੜੀ ਉਹਦੀ ਫਾਈਨਲ ਵੈਲੋਸਿਟੀ ਆ ਉਹ ਅਗਲੇ 10 ਸੈਕਿੰਡਾਂ ਲਈ ਇਨੀਸ਼ੀਅਲ ਵੈਲੋਸਿਟੀ ਹੋਏਗੀ। ਪਹਿਲਾਂ ਆਪਾਂ ਉਹ ਕੱਢਦੇ ਹਾਂ, v² - u² = 2a S1 ਆਪਾਂ ਨੂੰ ਪਤਾ ਆਪਾਂ ਕੱਢਿਆ ਕਿੰਨਾ ਆਇਆ ਵੀ 50a, ਕਿਉਂਕਿ ਆਪਾਂ ਪਹਿਲੇ 10 ਸੈਕਿੰਡਾਂ ਲਈ ਫਾਈਨਲ ਵੈਲੋਸਿਟੀ ਕੱਢ ਰਹੇ ਹਾਂ ਨਾ। ਜਿਹੜੀ ਪਹਿਲੇ 10 ਸੈਕਿੰਡਾਂ ਲਈ ਫਾਈਨਲ ਵੈਲੋਸਿਟੀ ਹੋਏਗੀ ਬੇਟਾ ਉਹ ਪਿਛਲੇ 10 ਸੈਕਿੰਡਾਂ ਲਈ ਇਨੀਸ਼ੀਅਲ ਵੈਲੋਸਿਟੀ ਹੋਏਗੀ, ਠੀਕ ਹੈ। ਤਾਂ ਪਹਿਲੇ 10 ਸੈਕਿੰਡਾਂ ਲਈ u ਤਾਂ 0 ਹੀ ਸੀਗਾ, ਠੀਕ ਹੈ। ਤਾਂ ਆਪਣੇ ਕੋਲ ਰਹਿ ਗਿਆ v² = 100a², v² = 100a², ਤਾਂ v = 10a ਆ ਜਾਊਗਾ, ਠੀਕ ਹੈ। ਇਹ ਜਿਹੜੀ ਵੈਲੋਸਿਟੀ ਫਾਈਨਲ ਵੈਲੋਸਿਟੀ ਆ ਪਹਿਲੇ 10 ਸੈਕਿੰਡਾਂ ਲਈ, ਤਾਂ ਇਹ ਇਨੀਸ਼ੀਅਲ ਵੈਲੋਸਿਟੀ ਹੋ ਜੂਗੀ u' ਲਿਖ ਲਓ ਭਾਵੇਂ ਇਹਨੂੰ, ਠੀਕ ਹੈ। ਇਨੀਸ਼ੀਅਲ ਵੈਲੋਸਿਟੀ ਹੋਊਗੀ ਪਿਛਲੇ 10 ਸੈਕਿੰਡਾਂ ਲਈ, u' ਆਪਣੇ ਕੋਲ ਕਿੰਨਾ ਆ ਗਿਆ ਬੇਟਾ 10a। ਹੁਣ ਆਪਾਂ ਆਪਣਾ ਕੁਐਸਚਨ ਸੋਲਵ ਕਰ ਸਕਦੇ ਹਾਂ ਕਿਉਂਕਿ ਆਪਣੇ ਕੋਲ ਇਨੀਸ਼ੀਅਲ ਵੈਲੋਸਿਟੀ ਆ ਗਈ। ਪਹਿਲੇ ਕੁਐਸਚਨ ਲਈ ਆਪਣੇ ਕੋਲ ਪਹਿਲੇ 10 ਸੈਕਿੰਡਾਂ ਲਈ ਆਪਣੇ ਕੋਲ ਇਨੀਸ਼ੀਅਲ ਵੈਲੋਸਿਟੀ 0 ਸੀ ਕਿਉਂਕਿ ਉਹ ਰੈਸਟ 'ਤੇ ਸੀ। ਅਗਲੇ ਲਈ ਇਨੀਸ਼ੀਅਲ ਵੈਲੋਸਿਟੀ ਆਪਾਂ ਕੱਢੀ ਹੈ, ਠੀਕ ਹੈ। ਕਿਵੇਂ ਕੱਢੀ ਆਪਾਂ ਪਿਛਲੇ ਜਿਹੜੇ ਪਹਿਲੇ 10 ਸੈਕਿੰਡ ਸੀ ਉਹਨਾਂ ਦੀ ਫਾਈਨਲ ਵੈਲੋਸਿਟੀ ਕੱਢ ਲਈ,
ਉਦੋਂ ਬਾਅਦ ਜਿਹੜੀ ਉਹਦੀ ਫਾਈਨਲ ਵੈਲੋਸਿਟੀ ਹੋਊਗੀ ਪਹਿਲੇ 10 ਸੈਕਿੰਡਾਂ ਦੀ, ਉਹ ਦੂਸਰੇ 10 ਸੈਕਿੰਡਾਂ ਲਈ ਇਨੀਸ਼ੀਅਲ ਵੈਲੋਸਿਟੀ ਹੋਏਗੀ। ਤਾਂ ਯੂ ਡੈਸ਼ ਆਪਾਂ ਕੱਢ ਲਿਆ, ਤਾਂ ਆਪਾਂ ਇੱਥੇ ਇਸ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਕਰਾਂਗੇ। ਦੇਖੋ ਬੇਟਾ S2 ਆਪਾਂ ਕੱਢ ਰਹੇ ਹਾਂ, ਯੂ ਡੈਸ਼ ਟੀ ਪਲੱਸ ਹਾਫ ਏ ਟੀ ਸਕੇਅਰ। ਯੂ ਡੈਸ਼ ਆਪਣੇ ਕੋਲ 10A ਆ ਗਿਆ, ਇਹ ਆਪਣੇ ਕੋਲ 10 ਸੀਗਾ, ਸੌਰੀ ਟੀ ਆਪਣੇ ਕੋਲ 10 ਸੀ, ਟਾਈਮ ਹਾਫ ਇੰਟੂ ਏ ਇੰਟੂ ਟੀ ਸਕੇਅਰ, ਟੀ ਆਪਣੇ ਕੋਲ ਕੀ ਸੀਗਾ ਵੀ 10, ਠੀਕ ਹੈ। ਕੱਟ ਕੇ 5 ਆ ਜਾਏਗਾ, 100A, ਇਹ ਆ ਗਿਆ ਵੀ 50A, ਠੀਕ ਹੈ। ਜੋੜ ਕੇ ਕਿੰਨਾ ਆ ਜੂ 150A, ਠੀਕ ਹੈ। S2 ਆਪਣੇ ਕੋਲ ਆ ਗਿਆ 150A, 150 ਐਕਸਲੇਸ਼ਨ ਮਲਟੀਪਲਾਈ ਬਾਈ, ਠੀਕ ਹੈ। S1 ਆਪਣੇ ਕੋਲ ਕਿੰਨਾ ਆਇਆ ਸੀ ਵੀ, S1 ਆਪਣੇ ਕੋਲ ਕੱਢਿਆ ਸੀ ਆਪਾਂ ਕੋਲ ਆਇਆ ਸੀ 50A, S2 ਆਪਣੇ ਕੋਲ ਕਿੰਨਾ ਆ ਗਿਆ ਬੇਟਾ 150A। ਤਾਂ S2 ਕਿੰਨੇ ਨਾਲ ਮਲਟੀਪਲਾਈ ਕਰਕੇ S1 ਚੋਂ ਨਿਕਲੂਗਾ ਵੀ 3 ਨਾਲ। S2 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ 3S1, ਨਹੀਂ ਲਿਖ ਸਕਦੇ ਨਾ, ਕਿ 50 ਨੂੰ 3 ਨਾਲ ਗੁਣਾ ਕਰਾਂਗੇ 150 ਬਣ ਜਾਏਗਾ। ਤਾਂ S2 = 3S1 ਇਜ਼ ਦਾ ਰਾਈਟ ਆਪਸ਼ਨ, ਠੀਕ ਹੈ। सही ऑप्शन की आएगी भी S2 = 3S1, ठीक है। थर्ड ऑप्शन सही बन जूगी। नेक्स्ट क्वेश्चन देखो बेटा, अ मूविंग ऑब्जेक्ट कैन कम टू रेस्ट ओनली इफ इट, क्वेश्चन बहुत ध्यान नाल समझना। कोई मूविंग ऑब्जेक्ट है, मूव कर रहा है, कैन कम टू रेस्ट मतलब वो रेस्ट ते आ सकता है, किमें आ सकता है, इफ हैज़ अ फ्रिक्शनल फोर्स एक्टिंग ऑन इट, फ्रिक्शनल फोर्स आ जी उन्होंने रैसट तो नहीं लिया सकती, वो वेलोसिटी है जी घट कर सकती है, ये ऑप्शन नहीं आऊगी, गलत है। हैज़ नो नैट फोर्स एक्टिंग ऑन इट, जे वो कोई फोर्स ही नहीं एक्ट कर रही तो फिर तो वो उस स्पीड से चलता जाऊगा, ये भी नहीं आऊगा। इज़ कंप्लीटली आइसोलेटेड करना स्पीड नहीं घटेगी। तो लास्ट ऑप्शन अपनी सही बनूगी। इंप्लाइज एन इंपल्स टू समथिंग एल्स, मतलब आप की है भी वो कोई बल आइए, ठीक है, जोड़ा उन्होंने रोक पावे, इंपल्स लाइए, ठीक है। इंपल्स एक प्रकार का बल ही होंगे, फोर्स लाइए, ठीक है, तो उस करके रुक सकता। अप्लाइज एन इंपल्स टू समथिंग एल्स, क्लीयर है। वैन अ बॉडी स्टेशनरी मतलब बॉडी रेस्ट ते है, स्टेशनरी मतलब वो मूव नहीं कर रही, ठीक है, खड़ी है। की हो सकता भी देयर इज़ नो फोर्स एक्टिंग ऑन इट, ये हो सकता भी वो कोई फोर्स एक्टिंग ना कर रही हो, फोर्स एक्टिंग ये हो नहीं सकता भी वो कोई फोर्स ना एक्ट कर रही हो, क्योंकि ग्रेविटेशनल फोर्स तो एक्ट करेगी, ठीक है ना, ये गलत है। नैक्सट द फोर्स एक्टिंग ऑन इट नॉट इन कंटैक्ट विद इट, ये भी कोई जरूरी नहीं, ठीक है। फोर्स एक्टिंग कंटैक्ट के विच होवे ना कंटैक्ट के विच होवे, ये कोई जरूरी नहीं, ठीक है, बॉडी स्टेशनरी होने वास्ते। थर्ड देखो बेटा, थर्ड सही है। द कंबीनेशन ऑफ फोर्स एक्टिंग ऑन इट बैलेंस ईच अदर, फोर्सिस तो एक्ट करदियां ने, पर न्यूटन का ला की कहना भी वो इक्वल के ओपोजिट करदियां ने, बैलेंस करदियां ने, एक दूजे नूं बैलेंस करता जदों उन्होंने, तो नैट फोर्स वो जीरो लगूगी, तो बॉडी की हो जूगी स्टेशनरी, बॉडी स्टेशनरी होता मतलब द कंबीनेशन ऑफ फोर्सेस एक्टिंग ऑन इट बैलेंस ईच अदर, ठीक है। नैक्सट द डायरेक्शन ऑफ मोशन ऑफ बॉडी इज़ डिसाइडिड बाय डैश ऑफ द बॉडी, डायरेक्शन है जी मोशन की किस द्वारा डिसाइड की जाती है, काफ़ी इंपोर्टेंट है बेटा। फर्स्ट वेलोसिटी भी डायरेक्शन पर डिपेंड करती है, बिल्कुल सही है। एक्सलेशन भी डिपेंड करता भी, ठीक है। डायरेक्शन ऑफ मोशन दसनी है तो वेलोसिटी तो एक्सलेशन है जी वो डायरेक्शन ऑफ मोशन पर डिपेंड करते हैं, क्योंकि डायरेक्शन जो होगी पार्टिकुलर फिर ही वो वेलोसिटी होगी, फिर ही एक्सलेशन होगा, ठीक है। तो इस क्वेश्चन के लिए की सही है भी 1 ते 2 सही ने, वेलोसिटी एंड एक्सलेशन, केड़ी ऑप्शन सही बनूगी फर्स्ट, ठीक है, 1 and 2 ओनली। नैक्सट अ बॉडी हैविंग जीरो स्पीड, देखो बेटा अ बॉडी हैविंग जीरो स्पीड कदों होंदी है भी जीरो स्पीड, इज़ ऑलवेज अंडर रेस्ट, जो रेस्ट ते उदों भी जीरो स्पीड होगी। है जीरो एक्सलेशन, जो एक्सलेशन जीरो वेलोसिटी टाइम के नाल चेंज नहीं हो रही, तो उदों भी वो स्पीड है जी वो जीरो होएगी। यूनीफॉर्म एक्सलेशन अंडर मोशन, ये चीज़ों लिए वेलोसिटी है बॉडी की स्पीड है जी जीरो नहीं होएगी। पहलियां 2 ऑप्शन सही ने, मतलब फर्स्ट ऑप्शन सही है 1 and 2 ओनली, ठीक है। वेलोसिटी टाइम ग्राफ गिव्स, मोस्ट इंपॉर्टेंट है, वेलोसिटी टाइम ग्राफ गिव्स
ਕੀ ਦਿੰਦਾ ਵੀ ਵੈਲੋਸਿਟੀ ਟਾਈਮ ਗ੍ਰਾਫ ਆਪਾਂ ਨੂੰ? ਡਿਸਟੈਂਸ। ਵੈਲੋਸਿਟੀ ਟਾਈਮ ਗ੍ਰਾਫ ਕਹਿੰਦੇ ਆਪਾਂ ਨੂੰ ਡਿਸਟੈਂਸ ਦਿੰਦਾ। ਵੈਲੋਸਿਟੀ ਟਾਈਮ ਗ੍ਰਾਫ ਆਪਾਂ ਨੂੰ ਡਿਸਪਲੇਸਮੈਂਟ ਦਿੰਦਾ। ਵੈਲੋਸਿਟੀ ਟਾਈਮ ਗ੍ਰਾਫ ਆਪਾਂ ਨੂੰ ਐਕਸਲੇਸ਼ਨ ਦਿੰਦਾ, ਜਾਂ ਵੈਲੋਸਿਟੀ ਟਾਈਮ ਗ੍ਰਾਫ ਆਪਾਂ ਨੂੰ ਸਪੀਡ ਦਿੰਦਾ। ਦੇਖੋ ਬੇਟਾ ਵੈਲੋਸਿਟੀ ਟਾਈਮ ਗ੍ਰਾਫ ਇੱਕ ਤਾਂ ਆਪਾਂ ਨੂੰ ਡਿਸਟੈਂਸ ਦਿੰਦਾ ਵੀ ਆਪਾਂ ਵੈਲੋਸਿਟੀ ਟਾਈਮ ਗ੍ਰਾਫ ਤੋਂ ਡਿਸਟੈਂਸ ਕੱਢ ਸਕਦੇ ਹਾਂ ਕਿਸੇ ਵੀ ਟਾਈਮ 'ਤੇ, ਠੀਕ ਹੈ। ਡਾਇਰੈਕਸ਼ਨ ਆਪਾਂ ਨਹੀਂ ਦੱਸ ਸਕਦੇ ਗ੍ਰਾਫ ਦੇ ਉੱਤੋਂ, ਹੈ ਨਾ। ਡਿਸਪਲੇਸਮੈਂਟ ਨਹੀਂ ਦੱਸ ਸਕਦੇ, ਤਾਂ ਐਕਸਲੇਸ਼ਨ ਦੱਸ ਸਕਦੇ ਆਪਾਂ, ਠੀਕ ਹੈ। ਕੋਈ ਵੈਲੋਸਿਟੀ ਟਾਈਮ ਗ੍ਰਾਫ ਬਣਿਆ ਹੋਇਆ ਉਹਦੇ ਤੋਂ ਆਪਾਂ ਐਕਸਲੇਸ਼ਨ ਦੱਸ ਸਕਦੇ ਹਾਂ ਕਿਸੇ ਟਾਈਮ 'ਤੇ ਉਹਦਾ ਐਕਸਲੇਸ਼ਨ ਕਿਵੇਂ ਹੈ, ਹੈ ਨਾ। ਵੈਲੋਸਿਟੀ ਅਪੋਨ ਟਾਈਮ ਐਕਸਲੇਸ਼ਨ ਹੁੰਦਾ, ਠੀਕ ਹੈ। ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ ਐਕਸਲੇਸ਼ਨ ਹੁੰਦਾ। ਤਾਂ ਇੱਕ ਆਪਾਂ ਡਿਸਟੈਂਸ ਦੱਸ ਸਕਦੇ ਹਾਂ, ਇੱਕ ਆਪਾਂ ਐਕਸਲੇਸ਼ਨ ਦੱਸ ਸਕਦੇ ਹਾਂ। ਸਪੀਡ ਦਾ ਕੋਈ ਮਤਲਬ ਨਹੀਂ, ਕਿਉਂਕਿ ਆਪਾਂ ਗੱਲ ਹੀ ਵੈਲੋਸਿਟੀ ਦੀ ਕਰ ਰਹੇ ਹਾਂ। ਕਿਹੜੀ ਆਪਸ਼ਨ ਸਹੀ ਬਣੂਗੀ ਬੇਟਾ? ਥਰਡ, 1 ਐਂਡ 3 ਓਨਲੀ, ਡਿਸਟੈਂਸ ਐਂਡ ਐਕਸਲੇਸ਼ਨ। ਡਿਸਪਲੇਸਮੈਂਟ ਕਿਉਂ ਨਹੀਂ ਦੱਸ ਸਕਦੇ? ਕਿਉਂਕਿ ਇੱਥੇ ਪਾਰਟੀਕਲ ਡਾਇਰੈਕਸ਼ਨ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਹੈ, ਠੀਕ ਹੈ ਬੇਟਾ। ਨੈਕਸਟ, ਵੈਲੋਸਿਟੀ ਆਫ ਐਨ ਆਬਜੈਕਟ ਕੈਨ ਬੀ ਚੇਂਜਡ ਬਾਈ। ਕਿਵੇਂ ਚੇਂਜ ਹੋ ਸਕਦੀ ਹੈ ਕਹਿੰਦੇ ਵੈਲੋਸਿਟੀ? ਮੋਸਟ ਇੰਪੋਰਟੈਂਟ ਹੈ। ਚੇਂਜਿੰਗ ਦਾ ਸਪੀਡ, ਬਿਲਕੁਲ। ਜੇ ਆਪਾਂ ਸਪੀਡ ਚੇਂਜ ਕਰਾਂਗੇ ਉਹਦੇ ਨਾਲ ਵੈਲੋਸਿਟੀ ਵੀ ਚੇਂਜ ਕਰੂਗੀ, ਕਿਉਂਕਿ ਡਾਇਰੈਕਸ਼ਨ ਅਤੇ ਸਪੀਡ ਦੋਨਾਂ 'ਤੇ ਡਿਪੈਂਡ ਕਰਦੀ ਹੈ। ਚੇਂਜਿੰਗ ਦਾ ਡਾਇਰੈਕਸ਼ਨ ਆਫ ਦਾ ਮੋਸ਼ਨ, ਜੇ ਡਾਇਰੈਕਸ਼ਨ ਚੇਂਜ ਕਰਾਂਗੇ ਵੈਲੋਸਿਟੀ ਵੀ ਚੇਂਜ ਹੋਊਗੀ, ਕਿਉਂਕਿ ਡਾਇਰੈਕਸ਼ਨ 'ਤੇ ਵੈਲੋਸਿਟੀ ਡਿਪੈਂਡ ਕਰਦੀ ਹੈ। ਚੇਂਜਿੰਗ ਬੋਥ ਦਾ ਸਪੀਡ ਐਂਡ ਡਾਇਰੈਕਸ਼ਨ ਆਫ ਦਾ ਮੋਸ਼ਨ, ਹਾਂ ਦੋਨੋਂ ਵੀ ਚੇਂਜ ਕਰਾਂਗੇ ਫਿਰ ਵੀ ਵੈਲੋਸਿਟੀ ਚੇਂਜ ਹੋਊਗੀ। ਵੈਲੋਸਿਟੀ ਦੇਖੋ ਬੇਟਾ ਦੋ ਚੀਜ਼ਾਂ 'ਤੇ ਡਿਪੈਂਡ ਕਰਦੀ ਹੈ, ਇੱਕ ਡਾਇਰੈਕਸ਼ਨ 'ਤੇ, ਇੱਕ ਸਪੀਡ 'ਤੇ। ਜੇ ਸਪੀਡ ਚੇਂਜ ਕਰਾਂਗੇ ਫਿਰ ਵੀ ਵੈਲੋਸਿਟੀ ਚੇਂਜ ਹੋਏਗੀ, ਜੇ ਡਾਇਰੈਕਸ਼ਨ ਚੇਂਜ ਕਰਾਂਗੇ ਫਿਰ ਵੀ ਵੈਲੋਸਿਟੀ ਚੇਂਜ ਹੋਊਗੀ, ਜੇ ਦੋਨੋਂ ਚੇਂਜ ਕਰਾਂਗੇ ਫਿਰ ਵੀ ਚੇਂਜ ਹੋਊਗੀ। ਮਤਲਬ 1 2 ਐਂਡ 3 ਇਹ ਜਿਹੜੇ ਤਿੰਨੇ ਇਹ ਸਹੀ ਆਪਸ਼ਨਾਂ ਨੇ। ਫੋਰਥ ਆਪਸ਼ਨ ਸਹੀ ਬਣੂਗੀ 1 2 ਐਂਡ 3, ਠੀਕ ਹੈ। ਨੈਕਸਟ, ਡਿਸਪਲੇਸਮੈਂਟ ਇਜ਼, ਇਹ ਮੈਂ ਤੁਹਾਨੂੰ ਦੱਸਿਆ ਸੀ। ਫਸਟ ਆਪਸ਼ਨ ਦਾ ਸ਼ਾਰਟੈਸਟ ਡਿਸਟੈਂਸ ਬਿਟਵੀਨ ਇਨੀਸ਼ੀਅਲ ਐਂਡ ਫਾਈਨਲ ਪੋਜੀਸ਼ਨ, ਬਿਲਕੁਲ ਸਹੀ ਹੈ। ਪਹਿਲੀ ਆਪਸ਼ਨ ਹੀ ਸਹੀ ਹੈ, ਬਾਕੀ ਆਪਾਂ ਨੂੰ ਪੜ੍ਹਨ ਦੀ ਲੋੜ ਨਹੀਂ। ਮੈਂ ਤੁਹਾਨੂੰ ਉਸ ਦਿਨ ਵੀ ਡਾਇਗਰਾਮ ਬਣਾ ਕੇ ਦਿਖਾਇਆ ਸੀਗਾ। ਮਤਲਬ ਆਪਾਂ ਏ ਤੋਂ ਡੀ ਤੱਕ ਜਾਣਾ, ਜਿਹੜਾ ਆਹ ਰਸਤਾ ਮੈਂ ਬਣਾਇਆ ਇਹ ਹੈਗੀ ਹੈ ਡਿਸਟੈਂਸ ਇੱਥੋਂ ਜਾਣ ਦੀ। ਜਿਹੜਾ ਸ਼ਾਰਟੈਸਟ ਹੈ, ਸ਼ਾਰਟੈਸਟ ਡਿਸਟੈਂਸ ਏ ਤੋਂ ਸਿੱਧਾ ਡੀ, ਇਹ ਕੀ ਹੈ ਵੀ ਇਹਦਾ ਡਿਸਪਲੇਸਮੈਂਟ ਹੈ। ਸ਼ਾਰਟੈਸਟ ਡਿਸਟੈਂਸ ਹੁੰਦੀ ਹੈ ਬਿਟਵੀਨ ਇਨੀਸ਼ੀਅਲ ਐਂਡ ਫਾਈਨਲ ਪੋਜੀਸ਼ਨਸ। ਫਸਟ ਆਪਸ਼ਨ ਹੈ ਜਿਹੜੀ ਉਹ ਸਹੀ ਆ ਜੂਗੀ। ਨੈਕਸਟ ਵੀ, ਐਨ ਆਬਜੈਕਟ ਹੈਜ਼ ਟਰੈਵਲਡ 10 ਕਿਲੋਮੀਟਰ ਇਨ 15 ਮਿੰਟਸ, ਇਟਸ ਡਿਸਪਲੇਸਮੈਂਟ ਵਿਲ ਵੀ। ਕੀ ਹੋ ਸਕਦਾ ਵੀ 10 ਕਿਲੋਮੀਟਰ ਇਨ 15 ਮਿੰਟਸ, ਡਿਸਟੈਂਸ ਇਹਨੇ ਟਰੈਵਲ ਕੀਤੀ ਹੈ 15 ਮਿੰਟਾਂ 'ਚ 10 ਕਿਲੋਮੀਟਰ। 10 ਕਿਲੋਮੀਟਰ ਵੀ ਹੋ ਸਕਦੀ ਹੈ ਵੀ ਜੇ ਇਹ ਸਟ੍ਰੇਟ ਲਾਈਨ ਦੇ ਕ੍ਰਾਸ ਜਾਊਗਾ, ਹੈ ਨਾ। 10 ਕਿਲੋਮੀਟਰ ਵੀ ਹੋ ਸਕਦੀ ਹੈ ਜੇ ਇਹ ਸਟ੍ਰੇਟ ਲਾਈਨ ਦੇ ਕ੍ਰਾਸ ਜਾਊਗਾ, ਮਤਲਬ ਸਿੱਧਾ ਰਸਤਾ ਹੋਊਗਾ। ਵੈਲੋਸਿਟੀ ਅਤੇ ਡਿਸਟੈਂਸ ਅਤੇ ਡਿਸਪਲੇਸਮੈਂਟ ਸੇਮ ਹੋ ਜਾਣਗੇ। ਕੈਨ ਵੀ ਜ਼ੀਰੋ ਵੀ ਹੋ ਸਕਦੀ ਹੈ, ਠੀਕ ਹੈ ਨਾ। ਪੁਆਇੰਟ ਆ ਜਿਹੜੇ ਇੱਕੋ ਥਾਂ 'ਤੇ ਲਾਈ ਕਰ ਸਕਦੇ ਨੇ, ਜ਼ੀਰੋ ਹੋ ਸਕਦੀ ਹੈ, ਠੀਕ ਹੈ। ਇੱਥੇ ਹੀ ਦੂਸਰਾ ਪੁਆਇੰਟ, ਇੱਥੇ ਹੀ ਦੂਸਰਾ, ਮਤਲਬ ਐਵੇਂ ਇੱਧਰ ਉੱਧਰ ਜਾ ਜੂਗੇ, ਇੱਥੇ ਫੇਰ ਆ ਗਿਆ। ਤਾਂ ਇਸ ਕੇਸ ਦੇ ਵਿੱਚ ਡਿਸਪਲੇਸਮੈਂਟ ਆ ਜਿਹੜਾ ਉਹ ਜ਼ੀਰੋ ਵੀ ਹੋ ਸਕਦਾ ਹੈ, ਠੀਕ ਹੈ। ਇਹ ਮੋਰ ਦੈਨ ਨਹੀਂ ਬੇਟਾ, ਇੱਥੇ ਲੈਸ ਦੈਨ ਆਏਗਾ। ਲੈਸ ਦੈਨ 10 ਕਿਲੋਮੀਟਰ ਡਿਸਪਲੇਸਮੈਂਟ ਆ ਜਿਹੜਾ ਉਹ ਲੈਸ ਦੈਨ 10 ਕਿਲੋਮੀਟਰ ਵੀ ਹੋ ਸਕਦਾ ਹੈ, ਠੀਕ ਹੈ। ਡਿਸਟੈਂਸ ਆ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਹਮੇਸ਼ਾ ਡਿਸਪਲੇਸਮੈਂਟ ਤੋਂ, ਡਿਸਪਲੇਸਮੈਂਟ ਆ ਜਿਹੜਾ ਉਹ ਘੱਟ ਹੁੰਦਾ ਹੈ। ਡਿਸਪਲੇਸਮੈਂਟ ਇਹਦਾ ਸ਼ਾਰਟੈਸਟ ਡਿਸਟੈਂਸ ਬਿਟਵੀਨ ਐਨੀ 2 ਪੁਆਇੰਟਸ, ਠੀਕ ਹੈ। ਤਾਂ ਆਲ ਆਫ ਦਾ ਅਬਵ ਸਾਰੇ ਹੀ ਹੋ ਸਕਦੇ ਨੇ, ਠੀਕ ਹੈ ਬੇਟਾ। ਬਰਾਬਰ ਵੀ ਹੋ ਸਕਦਾ ਡਿਸਟੈਂਸ ਦੇ, ਜ਼ੀਰੋ ਵੀ ਹੋ ਸਕਦਾ ਡਿਸਪਲੇਸਮੈਂਟ, ਅਤੇ 10 ਕਿਲੋਮੀਟਰ ਤੋਂ ਘੱਟ ਵੀ ਹੋ ਸਕਦਾ ਹੈ, ਠੀਕ ਹੈ। ਆਲ ਆਫ ਦਾ ਅਬਵ। ਨੈਕਸਟ ਕੁਐਸਚਨ, ਇਫ ਐਨ ਆਬਜੈਕਟ ਕਵਰਸ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲਸ ਆਫ ਟਾਈਮ ਇਟ ਇਜ਼ ਸੈਡ ਟੂ ਵਿਨ। ਇਹ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਕੋਈ ਵਸਤੂ ਹੈ ਉਹ ਸਮਾਨ ਦੂਰੀ ਸਮਾਨ ਸਮੇਂ ਅੰਤਰਾਲਾਂ ਦੇ ਵਿੱਚ ਤੈਅ ਕਰਦੀ ਹੈ, ਬਰਾਬਰ ਦੂਰੀ ਬਰਾਬਰ ਸਮੇਂ ਅੰਤਰਾਲਾਂ ਦੇ ਵਿੱਚ ਤੈਅ ਕਰਦੀ ਹੈ, ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲਸ ਆਫ ਟਾਈਮ, ਦੈਨ ਮੋਸ਼ਨ ਇਜ਼ ਸੈਡ ਟੂ ਬੀ ਯੂਨੀਫਾਰਮ ਮੋਸ਼ਨ। ਤਾਂ ਆਪਾਂ ਉਸ ਦੀ ਗਤੀ ਨੂੰ ਬੋਲਦੇ ਹਾਂ ਇੱਕ ਸਮਾਨ ਗਤੀ, ਠੀਕ ਹੈ ਬੇਟਾ। ਇਹ ਆਪਾਂ ਕੀਤਾ ਸੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ। ਨੈਕਸਟ, ਐਵਰੇਜ ਵੈਲੋਸਿਟੀ ਆਫ ਐਨ ਆਬਜੈਕਟ ਇਜ਼ ਓਬਟੇਨਡ ਬਾਈ dividing the total distance covered by the total time taken, half of the sum of initial and final velocity both 1 and 2। ਇਹ ਦੇਖੋ ਵੀ ਇਹ ਕੀ ਹੈ, ਇਹ ਕਦੋਂ ਹੁੰਦਾ? ਦੇਖੋ ਦੋਨੋਂ ਹੀ ਨੇ ਬੇਟਾ। ਜੇ ਯੂਨੀਫਾਰਮ ਮੋਸ਼ਨ ਹੈ ਤਾਂ ਇਹ ਇਹਦੇ ਨਾਲ ਹੀ ਨਿਕਲ ਜੂਗੀ, ਮਤਲਬ ਯੂਨੀਫਾਰਮ ਮੋਸ਼ਨ ਹੈ ਲਗਾਤਾਰ, ਠੀਕ ਹੈ। ਤਾਂ ਸਮ ਆਫ ਇਨੀਸ਼ੀਅਲ ਅਤੇ ਫਾਈਨਲ ਵੈਲੋਸਿਟੀ ਨੂੰ ਆਪਾਂ ਉਹਦਾ ਔਸਤ ਕਰ ਦਾਂਗੇ, ਹਾਫ ਕਰ ਦਾਂਗੇ, ਤਾਂ ਐਵਰੇਜ ਵੈਲੋਸਿਟੀ ਨਿਕਲ ਜੂਗੀ। ਜੇ ਯੂਨੀਫਾਰਮ ਨਹੀਂ ਹੈ ਤਾਂ ਕੀ ਕਰਾਂਗੇ, ਟੋਟਲ ਡਿਸਟੈਂਸ ਕਿੰਨੀ ਕਵਰ ਕੀਤੀ ਉਹ ਕੱਢ ਲਾਂਗੇ, ਟੋਟਲ ਟਾਈਮ ਕਿੰਨਾ ਲੱਗਿਆ ਉਹ ਕੱਢ ਲਾਂਗੇ, ਦੋ ਨੂੰ ਡਿਵਾਈਡ ਕਰ ਦਾਂਗੇ, ਐਵਰੇਜ ਵੈਲੋਸਿਟੀ ਨਿਕਲ ਜੂਗੀ। ਤਾਂ ਕਿਹੜੀ ਆਪਸ਼ਨ ਸਹੀ ਹੈ ਵੀ ਬੋਥ 1 and 2, ਠੀਕ ਹੈ।
ਮੈਗਨੀਟਿਊਡ ਆਫ ਐਵਰੇਜ ਸਪੀਡ ਆਫ ਐਨ ਆਬਜੈਕਟ ਇਜ਼ ਇਕੁਅਲ ਟੂ ਐਵਰੇਜ ਵੈਲੋਸਿਟੀ ਇਫ। ਹੁਣ ਐਵਰੇਜ ਸਪੀਡ ਤੇ ਐਵਰੇਜ ਵੈਲੋਸਿਟੀ ਉਹ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਡਿਸਕਸ ਕੀਤਾ ਸੀ, ਸਪੀਡ ਤੇ ਵੈਲੋਸਿਟੀ, ਡਿਸਟੈਂਸ ਤੇ ਡਿਸਪਲੇਸਮੈਂਟ ਬਾਰੇ, ਠੀਕ ਹੈ। ਜਿਨ੍ਹਾਂ ਨੇ ਨਹੀਂ ਦੇਖੀ ਉਹ ਦੇਖ ਲੈਣਗੇ, ਡਿਸਕ੍ਰਿਪਸ਼ਨ 'ਚ ਲਿੰਕ ਪਾ ਦਿੱਤਾ ਜਾਏਗਾ। ਕਦੋਂ ਹੁੰਦੀ ਹੈ ਵੀ ਸਪੀਡ ਆ ਜਿਹੜੀ ਵੈਲੋਸਿਟੀ ਦੇ ਇਕੁਅਲ? ਸਿਰਫ ਕਿਹਦਾ ਫਰਕ ਹੁੰਦਾ ਬੇਟਾ ਇਹਦੇ ਵਿੱਚ? ਡਾਇਰੈਕਸ਼ਨ ਦਾ ਫਰਕ ਹੁੰਦਾ। ਜੇ ਪਾਰਟੀਕਲ ਡਾਇਰੈਕਸ਼ਨ ਦੇ ਵਿੱਚ ਕੋਈ ਸਪੀਡ ਆ ਤਾਂ ਆਪਾਂ ਉਹਨੂੰ ਵੈਲੋਸਿਟੀ ਬੋਲਦੇ ਹਾਂ, ਠੀਕ ਹੈ। ਤਾਂ ਆਪਾਂ ਦੇਖਦੇ ਹਾਂ ਵੀ ਕੀ ਫਰਕ ਪੈਂਦਾ। ਮੈਗਨੀਟਿਊਡ ਆਫ ਐਵਰੇਜ ਸਪੀਡ ਆਫ ਐਨ ਆਬਜੈਕਟ ਇਜ਼ ਇਕੁਅਲ ਟੂ ਦ ਐਵਰੇਜ ਵੈਲੋਸਿਟੀ। ਫਸਟ ਆਪਸ਼ਨ, ਇਟ ਇਜ਼ ਮੂਵਿੰਗ ਇਨ ਅ ਡੈਫੀਨਿਟ ਡਾਇਰੈਕਸ਼ਨ, ਇਟਸ ਇਨੀਸ਼ੀਅਲ ਐਂਡ ਫਾਈਨਲ ਪੋਜੀਸ਼ਨਸ ਆਰ ਸੇਮ, ਇਟ ਇਜ਼ ਇਨ ਯੂਨੀਫਾਰਮ ਮੋਸ਼ਨ, ਨਨ ਆਫ ਦੀਸ। ਕਿਹੜਾ ਬਣੂਗਾ ਵੀ? ਇਫ ਇਟ ਇਜ਼ ਮੂਵਿੰਗ ਇਨ ਅ ਡੈਫੀਨਿਟ ਡਾਇਰੈਕਸ਼ਨ, ਜੇ ਇਹ ਕਿਸੇ ਖਾਸ ਦਿਸ਼ਾ ਵਿੱਚ ਮੂਵ ਕਰ ਰਹੀ ਆ ਤਾਂ ਆਪਾਂ ਕਹਾਂਗੇ ਵੀ ਇਹਦੀ ਸਪੀਡ ਆ ਜਿਹੜੀ ਉਹ ਕੀ ਹੈ ਵੀ ਕੀ ਹੈ, ਐਵਰੇਜ ਸਪੀਡ ਆ ਜਿਹੜੀ ਉਹ ਐਵਰੇਜ ਵੈਲੋਸਿਟੀ ਦੇ ਇਕੁਅਲ ਹੋ ਜਾਏਗੀ, ਠੀਕ ਹੈ। ਅੱਗੇ ਵੀ ਨੈਗੇਟਿਵ ਵੈਲਿਊ ਆਫ ਐਕਸਲੇਸ਼ਨ ਸਿਗਨੀਫਾਈਜ਼, ਮਤਲਬ ਵੈਲਿਊ ਹੈ ਜਿਹੜੀ ਉਹ ਐਕਸਲੇਸ਼ਨ ਦੀ ਨੈਗੇਟਿਵ ਆ, ਘਟ ਰਹੀ ਹੈ। ਜੇ ਘਟ ਰਹੀ ਹੈ ਤਾਂ ਉਹਦਾ ਮਤਲਬ ਵੈਲੋਸਿਟੀ ਵੀ ਘਟ ਰਹੀ ਹੈ, ਠੀਕ ਹੈ। ਚਲੋ ਆਪਾਂ ਦੇਖਦੇ ਹਾਂ। ਵੈਲੋਸਿਟੀ ਇਜ਼ ਇਨਕਰੀਜ਼ਿੰਗ, ਵੈਲੋਸਿਟੀ ਇਜ਼ ਡਿਕਰੀਜ਼ਿੰਗ, ਵੈਲੋਸਿਟੀ ਰਿਮੇਨ ਦਾ ਸੇਮ, ਆਬਜੈਕਟ ਕਮ ਟੂ ਰੈਸਟ। ਉਹੀ ਗੱਲ ਕਰ ਰਹੇ ਹਾਂ, ਜੇ ਨੈਗੇਟਿਵ ਵੈਲਿਊ ਐਕਸਲੇਸ਼ਨ ਦੀ ਤਾਂ ਵੈਲੋਸਿਟੀ ਘਟ ਰਹੀ ਹੈ, ਜੇ ਪੋਜ਼ੀਟਿਵ ਵੈਲਿਊ ਐਕਸਲੇਸ਼ਨ ਦੀ ਤਾਂ ਵੈਲੋਸਿਟੀ ਵਧ ਰਹੀ ਹੈ, ਕਿਉਂਕਿ ਵੈਲੋਸਿਟੀ ਐਕਸਲੇਸ਼ਨ ਤੇ ਡਿਪੈਂਡ ਕਰਦੀ। ਦੇਖੋ ਬੇਟਾ, ਐਕਸਲੇਸ਼ਨ ਦੀ ਡੈਫੀਨੇਸ਼ਨ ਕੀ ਸੀ? ਦਾ ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ, ਠੀਕ ਹੈ। ਹੁਣ ਜੇ ਵੈਲੋਸਿਟੀ ਇਨਕਰੀਜ਼ ਕਰੂਗੀ ਤਾਂ ਐਕਸਲੇਸ਼ਨ ਪੋਜ਼ਿਟਿਵ ਹੋਏਗਾ, ਜੇ ਵੈਲੋਸਿਟੀ ਡਿਕਰੀਜ਼ ਕਰੇਗੀ ਤਾਂ ਐਕਸਲੇਸ਼ਨ ਨੈਗੇਟਿਵ ਹੋਏਗਾ, ਠੀਕ ਹੈ ਬੇਟਾ। ਨੈਕਸਟ, ਇਨ ਡਿਸਟੈਂਸ ਟਾਈਮ ਗ੍ਰਾਫਸ, ਆਪਾਂ ਡਿਸਟੈਂਸ ਟਾਈਮ ਗ੍ਰਾਫ ਦੇਖਿਆ ਸੀ, ਕੀ ਸੀ ਵੀ ਉਹਦੇ ਵਿੱਚ? ਡਿਸਟੈਂਸ ਇਜ਼ ਟੇਕਨ ਅਲੋਂਗ ਦਾ ਐਕਸ ਐਕਸਿਸ, ਨੋ, ਡਿਸਟੈਂਸ ਜਿਹੜੀ ਵਾਈ ਐਕਸਿਸ ਦੇ ਅਲੋਂਗ ਲਈ ਗਈ ਸੀ। ਡਿਸਟੈਂਸ ਟੇਕਨ ਅਲੋਂਗ ਦਾ ਵਾਈ ਐਕਸਿਸ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਐਕਸਿਸ 'ਚ ਲੈ ਲਓ ਕਿ ਵਾਈ ਐਕਸਿਸ 'ਚ ਲੈ ਲਓ। ਨੈਕਸਟ, ਸਟ੍ਰੇਟ ਲਾਈਨ ਇੰਡੀਕੇਟਸ ਦਾ ਯੂਨੀਫਾਰਮ ਮੋਸ਼ਨ, ਬਿਲਕੁਲ। ਆਪਾਂ ਵੈਲੋਸਿਟੀ ਟਾਈਮ ਗ੍ਰਾਫ ਕੀਤਾ ਸੀ ਬੇਟਾ, ਇੱਧਰਲੇ ਪਾਸੇ ਆਪਾਂ ਸੌਰੀ ਡਿਸਟੈਂਸ ਲਈ ਸੀ, ਡਿਸਟੈਂਸ ਟਾਈਮ ਗ੍ਰਾਫ ਕੀਤਾ ਸੀ, ਇੱਧਰਲੇ ਪਾਸੇ ਆਪਾਂ ਟਾਈਮ ਲਿਆ ਸੀ। ਜਿਹੜੀ ਸਟ੍ਰੇਟ ਲਾਈਨ ਬਣੀ ਸੀ ਉਹ ਕਿਸ ਲਈ ਬਣੀ ਸੀ ਬੇਟਾ? ਯੂਨੀਫਾਰਮ ਮੋਸ਼ਨ ਲਈ ਬਣੀ ਸੀ, ਇੱਕ ਸਮਾਨ ਗਤੀ ਲਈ ਸਟ੍ਰੇਟ ਲਾਈਨ ਸਿੱਧੀ ਰੇਖਾ ਬਣਿਆ ਸੀ ਗ੍ਰਾਫ। ਤਾਂ ਸਟ੍ਰੇਟ ਲਾਈਨ ਇੰਡੀਕੇਟਸ ਦਾ ਯੂਨੀਫਾਰਮ ਮੋਸ਼ਨ, ਠੀਕ ਹੈ। ਇਹ ਸੀਗਾ ਆਪਣਾ। ਨੈਕਸਟ ਕੁਐਸਚਨ ਦੇਖੋ ਬੇਟਾ, ਇਨ ਵੈਲੋਸਿਟੀ ਟਾਈਮ ਗ੍ਰਾਫਸ, ਵੈਲੋਸਿਟੀ ਇਜ਼ ਟੇਕਨ ਅਲੋਂਗ ਵਾਈ ਐਕਸਿਸ, ਟਾਈਮ ਇਜ਼ ਟੇਕਨ ਅਲੋਂਗ ਐਕਸ ਐਕਸਿਸ। ਇਹਦੇ ਨਾਲ ਦੇਖੋ ਬੇਟਾ ਕੋਈ ਫਰਕ ਨਹੀਂ ਪੈਂਦਾ ਵੀ ਕਿੱਧਰ ਤੁਸੀਂ ਲੈ ਰਹੇ ਹੋ। Straight line indicates the uniform acceleration, straight line parallel to x axis indicates uniform motion, ठीक है। all of the above देखो ਤਾਂ ਇਹ ਵੀ ਹੋ ਸਕਦਾ, ਦੇਖੋ ਵੀ velocity is taken along the y axis, time is taken along the x axis। ਇਹ ਵੀ ਆਪਾਂ ਕੀਤਾ ਸੀ ਨਾ velocity time graph ਦੇ ਵਿੱਚ, ਵੀ ਇੱਧਰਲੇ ਪਾਸੇ ਆਪਾਂ ਟਾਈਮ ਲਿਆ ਸੀ, ਇੱਧਰਲੇ ਪਾਸੇ velocity ਲਈ ਸੀ। ਇਹ ਓਕੇ ਆ, ਪਹਿਲੀ ਹੋ ਸਕਦੀ ਹੈ, ਪਹਿਲੀ ਵੀ ਸਹੀ ਹੈ, ਠੀਕ ਹੈ। ਸਟ੍ਰੇਟ ਲਾਈਨ ਗਿਵਸ ਦਾ ਯੂਨੀਫਾਰਮ ਐਕਸਲੇਸ਼ਨ, ਹਾਂ ਜੇ ਸਟ੍ਰੇਟ ਲਾਈਨ ਬਣ ਗਈ ਉਹਦਾ ਮਤਲਬ ਐਕਸਲੇਸ਼ਨ ਹੈ ਜਿਹੜਾ ਉਹ ਯੂਨੀਫਾਰਮ ਹੈ, ਪ੍ਰਵੇਗ ਆ ਜਿਹੜਾ ਇੱਕ ਸਮਾਨ ਹੈ। ਸਟ੍ਰੇਟ ਲਾਈਨ ਪੈਰਲਲ ਟੂ ਐਕਸਿਸ ਇੰਡੀਕੇਟ ਯੂਨੀਫਾਰਮ ਮੋਸ਼ਨ, ਜੇ ਵੈਲੋਸਿਟੀ ਟਾਈਮ ਗ੍ਰਾਫ ਦੇ ਵਿੱਚ ਸਟ੍ਰੇਟ ਲਾਈਨ ਆ ਜਿਹੜੀ ਉਹ ਐਕਸ ਐਕਸਿਸ ਦੇ ਅਕ੍ਰੋਸ ਪੈਰਲਲ ਬਣ ਜਾਂਦੀ ਹੈ, ਇਹਦਾ ਮਤਲਬ ਯੂਨੀਫਾਰਮ ਮੋਸ਼ਨ ਹੈ, ਠੀਕ ਹੈ। ਕਿਉਂਕਿ ਵੈਲੋਸਿਟੀ ਜਿਹੜੀ ਵਿਦ ਰਿਸਪੈਕਟ ਟੂ ਟਾਈਮ ਚੇਂਜ ਨਹੀਂ ਹੋ ਰਹੀ ਤਾਂ ਯੂਨੀਫਾਰਮ ਐਕਸਲੇਸ਼ਨ ਹੋ ਜਾਊਗਾ, ਯੂਨੀਫਾਰਮ ਮੋਸ਼ਨ ਹੋ ਜਾਊਗਾ, ਠੀਕ ਹੈ। यूनिफॉर्म मोशन हो जाएगा, सॉरी ये भी सही है, ये भी सही है, ये भी सही है, मतलब सारे सही है, ऑल ऑफ द अबव, ठीक है। नैक्सट, लॉ ऑफ मोशन कैन बी रिप्रजेंटेड एज इक्वेशनस, इक्वेशन आप दसनी है असल में लॉ ऑफ मोशन दी, सॉरी इक्वेशनस ऑफ मोशन, इक्वेशन ऑफ मोशन आप दसनी है भी। फर्स्ट ऑप्शन सही है भी, v इज इक्वल टू यू प्लस ए टी, बिल्कुल ओके है। एस इज इक्वल टू यू टी प्लस हाफ ए टी स्क्वायर, एस इज इक्वल टू यू टी प्लस हाफ ए टी स्केयर, ठीक है। ए है, ये थी टू ऊपर नहीं पिया, ए है इक्वेशन, ए भी सही है। नेक्स्ट ऑप्शन भी 2as इज इक्वल टू वी स्केयर माइनस यू स्केयर, जब आप पढ़ते होंगे थे वी स्केयर माइनस यू स्केयर इज इक्वल टू 2as, ठीक है। तो ये तीनों ही ने ऑल ऑफ दीज। देखो बेटा नेक्स्ट क्वेश्चन की है अपना न्यूमेरिकल, देखो if a car can accelerate at 3.2 meter per second square, how long will it take to speed up from 15 meter per second to 22 meter per second। अब टाइम पता करना सौखा ही। एक्सलेशन अपन दिता बेटा 3.2, ठीक है। यू अपन दी है 15, वी अपन फाइनल वेलोसिटी की दी है 22। अपन पता ही है फार्मूला की होंगे वी इज इक्वल टू यू प्लस ए टी होंगे। टाइम आप पता करना तो पुट कर दो वैल्यू इतने,
ਵੀ ਆਪਣੇ ਕੋਲ ਕਿੰਨੀ ਹੈ ਵੀ 22 ਇਜ਼ ਇਕੁਅਲ ਟੂ ਯੂ ਕਿੰਨਾ 15, ਇਹ ਆਪਣੇ ਕੋਲ 3.2 ਦਿੱਤਾ ਟੀ ਦਿੱਤਾ। ਇੱਧਰ ਜਾ ਕੇ ਮਾਈਨਸ ਦਾ ਹੋ ਜਾਏਗਾ, 22 ਦੇ ਵਿੱਚੋਂ 15 ਕੱਢ ਦਾਂਗੇ, ਕਿੰਨਾ ਆ ਜੂ ਬੇਟਾ 7, 3.2 ਇੱਧਰ ਆ ਕੇ ਡਿਵਾਈਡ 'ਚ ਹੋ ਜਾਏਗਾ ਤਾਂ 70/32, ਠੀਕ ਹੈ। ਜਿਹਨੂੰ ਆਪਾਂ 2 ਤੇ ਕੱਢ ਦਈਏ 16/35, ਠੀਕ ਹੈ। 35/16 ਆ ਗਿਆ। ਇਹਨੂੰ ਕੱਟ ਦਾਂਗੇ ਬੇਟਾ ਆਪਣੇ ਕੋਲ ਨੀਅਰ ਅਬਾਊਟ 2 ਦਸ਼ਮਲਵ 1 ਬਣ ਜਾਏਗਾ, 189 ਅੱਗੇ। ਤਾਂ ਜੇ ਆਪਾਂ ਰਾਊਂਡ ਫਿਗਰ ਲਵਾਂਗੇ ਇਹਨੂੰ, ਇਹ ਬਣ ਜੂਗਾ 2.2 ਸੈਕਿੰਡ, ਠੀਕ ਹੈ। ਫਾਰਮੂਲਾ ਆਪਣੇ ਕੋਲ ਉਹੀ ਆ v ਇਜ਼ ਇਕੁਅਲ ਟੂ ਯੂ ਪਲੱਸ AT। ਇਨੀਸ਼ੀਅਲ ਵੈਲੋਸਿਟੀ u ਵੀ ਦਿੱਤੀ ਆ, ਫਾਈਨਲ ਵੈਲੋਸਿਟੀ v ਵੀ ਦਿੱਤੀ, ਐਕਸਲੇਸ਼ਨ ਵੀ ਦਿੱਤਾ, ਆਪਾਂ ਟੀ ਕੱਢਣਾ ਸੀ, ਟਾਈਮ ਕੱਢਣਾ ਸੀ, ਤਾਂ ਆਪਣੇ ਕੋਲ 2.2 ਸੈਕਿੰਡ ਨੀਅਰ ਅਬਾਊਟ ਆ ਜਾਏਗਾ। ਕਈ ਵਾਰੀ ਬਿਲਕੁਲ ਰਾਊਂਡ ਫਿਗਰ ਨਹੀਂ ਆਉਂਦਾ, ਮਤਲਬ ਐਵੇਂ ਅੱਗੇ ਵੀ ਜਾਏਗਾ ਇਹ, ਤਾਂ ਆਪਾਂ ਇਹਨੂੰ ਰਾਊਂਡ ਫਿਗਰ ਕਰ ਦਾਂਗੇ, 1 ਨੂੰ 2 ਕਰ ਦਾਂਗੇ, ਜੇ ਨੇੜੇ ਤੇੜੇ ਜੋ ਵੀ ਇਹਦੇ ਆਪਸ਼ਨ ਜਿਹੜੀ ਜ਼ਿਆਦਾ ਨੇੜੇ ਉਹ ਲਾਵਾਂਗੇ, ਠੀਕ ਹੈ। ਨੈਕਸਟ, a ball is dropped from a window 24 meters high, how long will it take to reach the ground? ਠੀਕ ਹੈ ਵੀ ਬਾਲ ਆ ਜਿਹੜੀ ਇੱਕ ਵਿੰਡੋ ਤੋਂ ਉੱਪਰੋਂ ਡ੍ਰੌਪ ਕੀਤੀ ਗਈ ਹੈ, ਡਿੱਗੀ ਗਈ ਹੈ, ਕਿੰਨਾ ਟਾਈਮ ਲੱਗੂਗਾ ਉਸ ਨੂੰ ਗਰਾਊਂਡ 'ਤੇ ਪਹੁੰਚਣ ਲਈ। ਯੂਨੀਫਾਰਮ ਮੋਸ਼ਨ ਹੋਏਗਾ ਵੀ ਫਰੀਲੀ ਫਾਲ ਅੰਡਰ S ਇਜ਼ ਇਕੁਅਲ ਟੂ UT ਪਲੱਸ ਹਾਫ AT ਸਕੁਅਰ। ਇਹ ਫਾਰਮੂਲਾ ਆਪਾਂ ਲਾਵਾਂਗੇ। ਇਹ ਆਪਣੇ ਕੋਲ ਜਿਹੜਾ ਐਕਸਲੇਸ਼ਨ ਆ ਉਹ ਬਣ ਜੂਗਾ ਹੁਣ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ, ਮਤਲਬ G ਬਣ ਜੂਗਾ, ਠੀਕ ਹੈ। ਚਲੋ ਹੁਣ ਇਨੀਸ਼ੀਅਲ ਵੈਲੋਸਿਟੀ 0 ਆ, ਰੈਸਟ ਤੋਂ ਹੀ ਛੁੱਟਿਆ ਗਿਆ, ਤਾਂ S ਇਜ਼ ਇਕੁਅਲ ਟੂ ਹਾਫ GT ਸਕੁਅਰ ਬਣ ਗਿਆ, ਠੀਕ ਹੈ। ਆਪਾਂ ਨੇ ਟਾਈਮ ਫਾਈਂਡ ਆਊਟ ਕਰਨਾ ਹੈ, ਤਾਂ ਟਾਈਮ ਬਣ ਜੂਗਾ 2S/G, ਆ ਇੱਧਰ ਮਲਟੀਪਲਾਈ ਹੋ ਜੂਗਾ 2S/G ਇਜ਼ ਇਕੁਅਲ ਟੂ ਟੀ ਸਕੁਅਰ, ਜਾਂ ਮੈਂ ਸਿੰਪਲੀ ਕਹਾਂ ਟੀ ਸਕੁਅਰ ਇਜ਼ ਇਕੁਅਲ ਟੂ 2G/S, ਜਾਂ ਆਪਾਂ ਹੋਰ ਆਸਾਨ ਕਰ ਲਈਏ ਟੀ ਇਜ਼ ਇਕੁਅਲ ਟੂ 2G/S ਸਕੁਅਰ ਰੂਟ, ਠੀਕ ਹੈ। ਚਲੋ ਕਰ ਦੋ ਫਿਰ 2 × 9.8/S, S ਆਪਣੇ ਕੋਲ 24 ਹੈ, ਕੱਟ ਕੇ 12 ਆ ਜਾਏਗਾ, ਠੀਕ ਹੈ ਬੇਟਾ। ਇਹਨੂੰ ਤੁਸੀਂ ਹੱਲ ਕਰ ਲਓਗੇ ਖੋਲ ਕੇ, ਠੀਕ ਹੈ। ਹੱਲ ਕਰੋਗੇ ਬੇਟਾ ਨੀਅਰ ਅਬਾਊਟ 2.2 ਸੈਕਿੰਡ ਆ ਜਾਏਗੀ, ਕਲੀਅਰ ਆ ਵੀ। ਜੇ ਤੁਸੀਂ ਹੱਲ ਕਰੋਗੇ ਨੀਅਰ ਅਬਾਊਟ 2.2 ਸੈਕਿੰਡ, ਇਸ ਦੇ ਲਈ ਵੀ ਟਾਈਮ ਆ ਜਿਹੜਾ ਉਹ ਇੰਨਾ ਹੀ ਲੱਗੇਗਾ, ਠੀਕ ਹੈ। फर्स्ट ऑप्शन। नेक्स्ट, मोहन टेक्स 20 minutes to cover a distance 3.2 किलोमीटर ड्यू नॉर्थ ऑन a bicycle, his velocity in किलोमीटर पर आवर, ठीक है। चलो 20 मिनट्स ने, मिनट में आप किलोमीटर सॉरी घंटिया च कन्वर्ट कर लाँगे, ऑर्स टाइम इज इक्वल टू 20 मिनट्स, जो आप इन्होंने घंटिया च कन्वर्ट करिए अपन 60 ਨਾਲ डिवाइड करना पएगा, तो 1/3 आ गए घंटे टाइम, ठीक है बेटा। डिस्टेंस है जी अपन एस आओ 3.2 किलोमीटर दी है, आपने पता करनी है वेलोसिटी। हुण आपां नूं पता भी चाल आ जी वेलोसिटी किहदे बराबर हुंदी है भी डिस्टेंस डिसप्लेसमेंट अपॉन टाइम, डिस्टेंस डिसप्लेसमेंट इक्को जी है क्योंकि बाईसाइकिल ते कर रहा राइड वो, तो वेलोसिटी किहदे बराबर हो जूगी 3.2 इंटू टी अपने को है 1/3, ठीक है। एस इज इक्वल टू VT होंगे, मतलब डिस्टेंस इज इक्वल टू वेलोसिटी इंटू टाइम, तो उत्थों वेलोसिटी कढ़ लाँगे आप 1/3, ये 3 है जो उपर जाके मल्टीप्लाई हो जाएगा 3.2 इंटू 3, मतलब अपने को बन जूगी 9.6 किलोमीटर पर आवर, वेलोसिटी आ जाएगी 9.6 किलोमीटर पर आवर, ठीक है। सौखा ही सी। पहला आप टाइम नूं मिनट दे विच सी, उहनूं घंटिਆਂ 'ਚ बदल रहा, क्योंकि आपां नूं जिहड़ी वेलोसिटी चाहिए वो किलोमीटर पर आवर चाहिए, मतलब घंटे चाहिए है। तो अपने को डिस्टेंस आ जी किलोमीटर च गिवन है, तो आप उही फार्मूला ला देंगे एस इज इक्वल टू VT वाला, उत्थों अपने को निकल जाएगा भी यह वेलोसिटी 9.6 किलोमीटर पर आवर, ठीक है। ये वाला अगे है नेक्स्ट क्वेश्चन, अ कार गोइंग एट 24 मीटर पर सैकेंड, ये थोड़ी जी गलती है बेटा, इतने 22 आएगा, मिस प्रिंट होया इतने 22 मीटर पर सैकेंड पास द मोटरसाइकिल एट रेस्ट एज इट पासिस द मोटरसाइकिल स्टार्ट्स अप, जदों ही मोटरसाइकिल में पास कर दी है मोटरसाइकिल नाल दी नाल स्टार्ट हो जाता है, एंड एक्सलेटिंग एट 3.2 मीटर पर सैकेंड स्केयर, वह एक्सलेशन 3.2 मीटर पर सैकेंड स्केयर है। इफ द मोटरसाइकिल कैन कीप
ਕੀਪ ਅਪ ਦੈਟ ਐਕਸਲੇਸ਼ਨ, ਉਸੇ ਐਕਸਲੇਸ਼ਨ ਨਾਲ ਜਾਂਦਾ ਹੈ। ਹਾਊ ਲੌਂਗ ਵਿਲ ਇਟ ਟੇਕ ਫॉर ਇਟ ਟੂ ਕੈਚ ਦਾ ਕਾਰ, ਕਿੰਨੇ ਸਮੇਂ ਦੇ ਵਿੱਚ ਉਹ ਕਾਰ ਨੂੰ ਕ੍ਰੋਸ ਕਰ ਜੂਗਾ, ਜਾਂ ਆਪਾਂ ਕਹੀਏ ਵੀ ਪਕੜ ਲੂਗਾ, ਕੋਲ ਨਾਲ ਰਲ ਜੂਗਾ। ਠੀਕ ਹੈ, ਇਹ ਆਪਾਂ ਟਾਈਮ ਦੱਸਣਾ ਵੀ ਕੈਚ ਕਰੂਗਾ, ਫੜ ਲੂਗਾ, ਜਾਂ ਆਪਾਂ ਕਹੀਏ ਵੀ ਨਾਲ ਰਲ ਜੂਗਾ, ਕਿੰਨਾ ਸਮਾਂ ਉਹਨੂੰ ਲੱਗੇਗਾ। ਠੀਕ ਹੈ, ਤਾਂ ਦੇਖੋ ਬੇਟਾ ਆਪਾਂ ਨੂੰ ਵੈਲੋਸਿਟੀ ਦਿੱਤੀ ਹੈ ਕਾਰ ਦੀ 22 ਸੀਗਾ, ਮਿਸਪ੍ਰਿੰਟ ਆ ਇਹ 22 ਮੀਟਰ ਪਰ ਸੈਕਿੰਡ। ਯੂ ਆ ਜਿਹੜੀ ਉਹ 0 ਉਹਦੇ ਲਈ ਮੋਟਰਸਾਈਕਲ ਲਈ ਜਿਹੜੀ ਯੂ ਹੈ ਉਹ 0 ਹੈ। ਵੀ ਆਪਾਂ ਨੂੰ ਨਹੀਂ ਪਤਾ ਵੀ ਕਿੰਨੀ ਹੈ, ਆਪਾਂ ਨੂੰ ਐਕਸਲੇਸ਼ਨ ਪਤਾ ਹੈ। ਠੀਕ ਹੈ ਵੀ, ਆਪਾਂ ਨੂੰ ਐਕਸਲੇਸ਼ਨ ਪਤਾ ਹੈ ਕਿੰਨਾ ਹੈ। ਐਕਸਲੇਸ਼ਨ ਕਿੰਨਾ ਵੀ 3.2 ਮੀਟਰ ਪਰ ਸੈਕਿੰਡ ਸਕੁਏਅਰ। ਮੈਂ ਤੁਹਾਨੂੰ ਹੁਣ ਦੱਸਦਾ, ਹੁਣ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਉਹਨੂੰ ਧਿਆਨ ਨਾਲ ਸਮਝਣਾ। ਹੁਣ ਜਿਹੜੀ ਵੈਲੋਸਿਟੀ 'ਤੇ ਕਾਰ ਜਾ ਰਹੀ ਹੈ, ਕਾਰ ਉਸੇ ਵੈਲੋਸਿਟੀ 'ਤੇ ਜਾਏਗੀ, ਮਤਲਬ 22 ਮੀਟਰ ਪਰ ਸੈਕਿੰਡ। ਠੀਕ ਹੈ, ਕਾਰ ਇਜ਼ ਗੋਇੰਗ ਐਟ 22 ਮੀਟਰ ਪਰ ਸੈਕਿੰਡ, ਮਤਲਬ 1 ਸੈਕਿੰਡ ਦੇ ਵਿੱਚ ਉਹ 22 ਮੀਟਰ ਡਿਸਟੈਂਸ ਕਵਰ ਕਰ ਰਹੀ ਹੈ। ਮਤਲਬ ਜਿੰਨੀ ਡਿਸਟੈਂਸ ਉਹ ਕਵਰ ਕਰੂਗੀ, ਉਸ ਤੋਂ ਬਾਅਦ ਜਦੋਂ ਉਹ ਆ ਗਈ ਕ੍ਰੋਸ ਕਰੇਗੀ, ਉਦੋਂ ਬਾਅਦ ਜੇ ਮੋਟਰਸਾਈਕਲ ਵੀ ਉਨੀ ਡਿਸਟੈਂਸ ਕਵਰ ਕਰਦਾ, ਕਿੰਨੇ ਸਮੇਂ 'ਚ ਕਰਦਾ ਇਹ ਮਹਿਣਾ ਨਹੀਂ ਦਿਖਾਉਂਦਾ, ਉਹ ਆਪਾਂ ਲੱਭਾਂਗੇ। ਠੀਕ ਹੈ, ਤਾਂ ਡਿਸਟੈਂਸ ਆ ਜਿਹੜੀ ਇਕੁਅਲ ਹੋਣੀ ਚਾਹੀਦੀ ਹੈ ਕਾਰ ਦੀ ਅਤੇ ਮੋਟਰਸਾਈਕਲ ਦੀ, ਫੇਰ ਹੀ ਕੈਚ ਕਰਨਗੇ ਨਾ, ਫੇਰ ਹੀ ਮੋਟਰਸਾਈਕਲ ਕੈਚ ਕਰੂਗਾ। ਆਪਾਂ ਡਿਸਟੈਂਸ ਕੱਢ ਲਾਂਗੇ, ਇਕੁਅਲ ਰੱਖ ਦਾਂਗੇ। ਠੀਕ ਹੈ, ਤਾਂ ਆਪਾਂ ਇਸ ਲਈ ਡਿਸਟੈਂਸ ਕੱਢ ਰਹੇ ਹਾਂ। ਯੂ ਇਜ਼ ਇਕੁਅਲ ਟੂ 0, ਏ ਇਜ਼ ਇਕੁਅਲ ਟੂ 3.2 ਮੀਟਰ ਪਰ ਸੈਕਿੰਡ ਸਕੁਏਅਰ। ਠੀਕ ਹੈ, ਤਾਂ ਦੇਖੋ ਵੀ ਐਸ ਕਿਹਦੇ ਬਰਾਬਰ ਹੋਊਗੀ, ਯੂ ਟੀ ਪਲੱਸ ਹਾਫ ਏ ਟੀ ਸਕੁਏਅਰ। ਠੀਕ ਹੈ, ਯੂ ਹੁਣ ਇਨੀਸ਼ੀਅਲ ਵੈਲੋਸਿਟੀ 0 ਮੋਟਰਸਾਈਕਲ ਦੀ। ਠੀਕ ਹੈ, ਤਾਂ ਪਾਰਟ 0 ਹੋ ਜਾਏਗਾ, ਤਾਂ ਇਹ ਕਿਹਦੇ ਬਰਾਬਰ ਹੋ ਜੂ, ਹਾਫ ਇੰਟੂ ਏ, ਮਤਲਬ 3.2 ਇੰਟੂ ਟੀ ਸਕੁਏਅਰ, ਕੱਟ ਕੇ ਆ ਜੂ 1.6 ਟੀ ਸਕੁਏਅਰ। ਐਸ ਆ ਜਿਹੜੀ ਮੋਟਰਸਾਈਕਲ ਲਈ ਜਿਹੜੀ ਆਪਾਂ ਸਪੀਡ ਕੱਢੀ ਆ 1.6 ਟੀ ਸਕੁਏਅਰ ਆਊਗੀ। ਠੀਕ ਹੈ, ਇਹਨੂੰ ਆਪਣੇ ਦਿਮਾਗ 'ਚ ਬਿਠਾ ਲਓ, ਜਾਂ ਸਕਰੀਨਸ਼ਾਟ ਲੈ ਲਓ। ਡਿਸਟੈਂਸ ਜਿਹੜੀ ਮੋਟਰਸਾਈਕਲ ਕਵਰ ਕਰੂਗਾ ਟੀ ਸੈਕਿੰਡ ਦੇ ਵਿੱਚ 1.6 ਟੀ ਸਕੁਏਅਰ। ਠੀਕ ਹੈ, ਟੀ ਸਮੇਂ ਦੇ ਵਿੱਚ ਕਾਰ ਨੇ ਵੀ ਉਨੀ ਡਿਸਟੈਂਸ ਕਵਰ ਕਰਨੀ ਪਊਗੀ ਜੇ ਮੋਟਰਸਾਈਕਲ ਉਹਨੂੰ ਕੈਚ ਕਰੇਗਾ ਤਾਂ। ਠੀਕ ਹੈ, ਤਾਂ ਐਸ ਇਜ਼ ਇਕੁਅਲ ਟੂ 1.6 ਟੀ ਸਕੁਏਅਰ। ਹੁਣ ਉਸ ਦੇ ਲਈ ਵੀ ਵੈਲੋਸਿਟੀ ਕਿੰਨੀ ਹੈ, 22 ਮੀਟਰ ਪਰ ਸੈਕਿੰਡ। ਠੀਕ ਹੈ, ਤਾਂ ਜੇ ਇਸ ਫਾਰਮੂਲੇ ਤੋਂ ਆਪਾਂ ਕੱਢੀਏ ਐਸ ਇਜ਼ ਇਕੁਅਲ ਟੂ ਵੀ ਟੀ, ਤਾਂ ਇਹ ਡਿਸਟੈਂਸ ਕਿੰਨੀ ਕਵਰ ਕਰੇਗਾ ਵੀ 22 ਟੀ। ਟਾਈਮ ਟੀ ਦੇ ਵਿੱਚ ਕਾਰ ਆ ਜਿਹੜੀ ਉਹ ਡਿਸਟੈਂਸ ਕਿੰਨੀ ਕਵਰ ਕਰੂਗੀ, ਕਿ ਵੈਲੋਸਿਟੀ ਉਹਦੀ ਸੇਮ ਰਹਿੰਦੀ ਹੈ, ਵੈਲੋਸਿਟੀ ਆਪਾਂ ਸੇਮ ਹੀ ਲੈ ਕੇ ਚੱਲਾਂਗੇ, ਤਾਂ ਕਿੰਨੀ ਹੋ ਜਾਊਗੀ 22 ਇੰਟੂ ਟੀ। ਐਸ ਇਜ਼ ਇਕੁਅਲ ਟੂ ਵੀ ਟੀ ਹੁੰਦਾ ਹੈ, ਮਤਲਬ ਡਿਸਪਲੇਸਮੈਂਟ ਇਜ਼ ਇਕੁਅਲ ਟੂ ਵੈਲੋਸਿਟੀ ਇੰਟੂ ਟਾਈਮ ਹੁੰਦਾ ਹੈ। ਠੀਕ ਹੈ, ਐਸ ਇਜ਼ ਇਕੁਅਲ ਟੂ ਵੀ ਟੀ ਹੁੰਦਾ ਹੈ। ਕਲੀਅਰ ਹੈ, ਹੁਣ ਇਹ ਦੋਨੋਂ ਇਕੁਅਲ ਹੋਣਗੇ। ਜੇ ਮੋਟਰਸਾਈਕਲ ਉਸ ਕਾਰ ਨੂੰ ਕੈਚ ਕਰੂਗਾ ਤਾਂ ਦੋਨੋਂ ਇਕੁਅਲ ਹੋਣਗੇ, ਮਤਲਬ 22 ਟੀ ਕਿਹਦੇ ਇਕੁਅਲ ਹੋਊਗਾ ਵੀ 1.6 ਟੀ ਸਕੁਏਅਰ ਦੇ, ਸਕੁਏਅਰ ਨਾਲ ਟੀ ਕੈਂਸਲ, ਤਾਂ ਟੀ ਇਜ਼ ਇਕੁਅਲ ਟੂ 22 ਇੰਟੂ 1.6, ਤਾਂ ਦਸ਼ਮਲਵ ਹਟਾ ਦਾਂਗੇ, 22 ਇੰਟੂ 16 ਕਰ ਦਿਓ ਵੀ ਇਹਨੂੰ ਡਿਵਾਈਡ, ਕਿੰਨੇ 'ਤੇ ਜਾਏਗਾ, 1 'ਤੇ ਗਿਆ ਪਹਿਲਾਂ ਤਾਂ 12 'ਚ 6 60 ਆ ਗਿਆ ਵੀ। ਦੇਖੋ 22 ਆ ਗਏ ਸੀ ਨਾ, ਤਾਂ ਇਹ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਆ ਜਾਏਗਾ 14, ਨੀਅਰ ਅਬਾਊਟ ਇਹ 14 ਸੈਕਿੰਡ ਕੈਚ ਕਰੇਗਾ। ਠੀਕ ਹੈ, ਕਲੀਅਰ ਹੈ ਬੇਟਾ, ਤਾਂ ਇਸ ਕੁਐਸਚਨ ਦੇ ਲਈ ਆਨਸਰ ਆ ਜਿਹੜਾ ਉਹ 14 ਸੈਕਿੰਡ ਆ ਜਾਏਗਾ। ਠੀਕ ਹੈ, second option. Next question, the initial velocity of the body is 15 meter per second. Now, if it is having an acceleration 10 meter per second square, then the velocity of body after 10 seconds from start. Initial velocity u ਜਿਹੜੀ ਆਪਾਂ ਨੂੰ ਦੇ ਰੱਖੀ ਹੈ ਬੇਟਾ ਉਹ 15 ਮੀਟਰ ਪਰ ਸੈਕਿੰਡ ਦੇ ਰੱਖੀ ਹੈ। ਫਾਈਨਲ velocity ਆਪਾਂ ਪਤਾ ਕਰਾਂਗੇ v, ਆਪਾਂ ਨੂੰ ਨਹੀਂ ਪਤਾ। ਐਕਸਲੇਸ਼ਨ ਬੇਟਾ ਆਪਾਂ ਨੂੰ ਦੇ ਰੱਖਿਆ 10 ਮੀਟਰ ਪਰ ਸੈਕਿੰਡ ਸਕੁਏਅਰ, ਟਾਈਮ ਆਪਾਂ ਨੂੰ ਦਿੱਤਾ ਵੀ 10 ਸੈਕਿੰਡ। ਤਾਂ ਆਪਣੇ ਕੋਲ ਫਾਰਮੂਲਾ ਹੁੰਦਾ ਬੇਟਾ v ਇਜ਼ ਇਕੁਅਲ ਟੂ u ਪਲੱਸ ਏ ਟੀ, ਤਾਂ ਆਪਾਂ ਇੱਥੋਂ ਵੈਲੋਸਿਟੀ ਕੱਢਾਂਗੇ ਫਾਈਨਲ, ਤਾਂ ਹੁੰਦਾ 15 u, ਇਹ ਆਪਣੇ ਕੋਲ ਕਿੰਨਾ 10, ਟੀ ਵੀ ਆਪਣੇ ਕੋਲ 10 ਹੈ,
ਤਾਂ 15 ਪਲੱਸ 10 ਨੂੰ 10 ਨਾਲ ਮਲਟੀਪਲਾਈ ਕਰਾਂਗੇ 100 ਬਣ ਜੂਗਾ, ਅਤੇ ਇਹਨਾਂ ਨੂੰ ਐਡ ਕਰਾਂਗੇ ਬੇਟਾ 115 ਬਣ ਜੂਗਾ। ਫਾਈਨਲ ਵੈਲੋਸਿਟੀ ਜਿਹੜੀ 10 ਸੈਕਿੰਡ ਬਾਅਦ ਬਣੂਗੀ ਕਿੰਨੀ ਬਣੂਗੀ 115 ਮੀਟਰ ਪਰ ਸੈਕਿੰਡ। ਠੀਕ ਹੈ, ਸੌਖਾ ਹੀ ਸੀ। 115 ਮੀਟਰ ਪਰ ਸੈਕਿੰਡ। ਠੀਕ ਹੈ, ਅ ਬੋਡੀ ਹੈਵਿੰਗ ਅ ਜ਼ੀਰੋ ਸਪੀਡ ਕੀ ਹੋ ਸਕਦਾ ਵੀ ਇਜ਼ ਆਲਵੇਜ਼ ਅੰਡਰ ਰੈਸਟ। ਬਿਲਕੁਲ, ਜੇ ਵੈਲੋਸਿਟੀ ਅੰਡਰ ਰੈਸਟ 'ਤੇ ਹੈ ਤਾਂ ਜ਼ੀਰੋ ਸਪੀਡ ਹੋਏਗੀ। ਹੈ ਜ਼ੀਰੋ ਐਕਸਲੇਸ਼ਨ, ਓਕੇ, ਪਹਿਲੀਆਂ ਦੋ ਆਪਸ਼ਨਾਂ ਬਿਲਕੁਲ ਸਹੀ ਹੈ। ਜੇ ਐਕਸਲੇਸ਼ਨ ਜ਼ੀਰੋ ਹੈ ਜਾਂ ਬੋਡੀ ਰੈਸਟ 'ਤੇ ਹੈ ਤਾਂ ਉਹਦੀ ਸਪੀਡ ਜ਼ੀਰੋ ਹੋਏਗੀ। ਫਸਟ ਆਪਸ਼ਨ ਸਹੀ ਹੈ ਵੀ, ਫਸਟ ਐਂਡ ਟੂ ਓਨਲੀ। ਠੀਕ ਹੈ, ਨੈਕਸਟ ਕੁਐਸਚਨ ਦੇਖੋ ਵੀ, ਇਨ ਦਾ ਡਿਜ਼ਾਈਨਿੰਗ ਵੈਲੋਸਿਟੀ ਟਾਈਮ ਗ੍ਰਾਫ। ਠੀਕ ਹੈ, ਵੈਲੋਸਿਟੀ ਟਾਈਮ ਗ੍ਰਾਫ ਆਪਾਂ ਨੂੰ ਗਿਵਨ ਹੈ, ਦਿੱਤਾ ਹੋਇਆ। ਠੀਕ ਹੈ, ਤੁਹਾਨੂੰ ਪਤਾ ਹੀ ਲੱਗੀ ਜਾਂਦਾ ਵੀ ਇਹ ਨੋਨ ਯੂਨੀਫਾਰਮ ਮੋਸ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ। ਕੀ ਲੱਗਦਾ ਵੀ ਇਸ ਤੋਂ ਆਪਾਂ ਨੂੰ ਗ੍ਰਾਫ ਤੋਂ, ਵੈਲੋਸਿਟੀ ਡਿਕਰੀਜ਼ਿੰਗ ਵਿਦ ਟਾਈਮ, ਬਿਲਕੁਲ ਸਹੀ। ਵੈਲੋਸਿਟੀ ਹੈ ਜਿਹੜੀ ਟਾਈਮ ਦੇ ਨਾਲ ਡਿਕਰੀਜ਼ ਕਰ ਰਹੀ ਹੈ, ਗ੍ਰਾਫ ਨੀਚੇ ਨੂੰ ਆ ਰਿਹਾ ਹੈ। ਡੈਕਲੇਰੇਸ਼ਨ ਇਜ਼ ਯੂਨੀਫਾਰਮ, ਲਗਾਤਾਰ ਡਿਕਰੀਜ਼ ਹੋ ਜਾ, ਇੱਕ ਸਮਾਨ ਡਿਕਰੀਜ਼ ਹੋ ਜਾ ਡੈਕਲੇਰੇਸ਼ਨ। ਠੀਕ ਹੈ, ਮਤਲਬ ਐਕਸਲੇਸ਼ਨ ਜਦੋਂ ਡਿਕਰੀਜ਼ ਹੁੰਦਾ ਉਹਨੂੰ ਆਪਾਂ ਡੈਕਲੇਰੇਸ਼ਨ ਬੋਲਦੇ ਹਾਂ, ਤਾਂ ਉਹ ਡਿਕਰੀਜ਼ ਹੋ ਰਿਹਾ, ਬਿਲਕੁਲ ਸਹੀ ਹੈ ਵੀ। ਦ ਆਬਜੈਕਟ ਹੈਜ਼ ਅ ਨੈਗੇਟਿਵ ਵੈਲੋਸਿਟੀ ਬਾਏ ਔਨ ਦਾ ਪੁਆਇੰਟ ਬੀ, ਪੁਆਇੰਟ ਬੀ ਤੋਂ ਬਾਅਦ ਆਬਜੈਕਟ ਦੀ ਵੈਲੋਸਿਟੀ ਹੈ ਜਿਹੜੀ ਉਹ ਨੈਗੇਟਿਵ ਹੈ। ਦੇਖੋ ਬੇਟਾ, ਇੱਥੇ ਤੱਕ ਪੋਜ਼ੀਟਿਵ ਸੀ, ਉਸ ਤੋਂ ਬਾਅਦ ਇਹ ਜ਼ੀਰੋ ਤੋਂ ਓਰੀਜਨ ਤੋਂ ਥੱਲੇ ਚਲੀ ਗਈ ਤਾਂ ਪੁਆਇੰਟ ਬੀ ਤੋਂ ਬਾਅਦ ਵੈਲੋਸਿਟੀ ਨੈਗੇਟਿਵ ਹੈ, ਇਹ ਵੀ ਸਹੀ ਹੈ। ਤਾਂ ਸਾਰੇ ਹੀ ਸਹੀ ਨੇ, ਆਲ ਆਰ ਕਰੈਕਟ। ਠੀਕ ਹੈ, ਇਨ ਦਾ ਗਿਵਨ ਵੈਲੋਸਿਟੀ ਟਾਈਮ ਗ੍ਰਾਫ ਏ ਬੀ ਸ਼ੋਜ਼ ਦਾ ਬੋਡੀ ਹੈਜ਼, ਏ ਬੀ ਤੋਂ ਕੀ ਪਤਾ ਲੱਗਦਾ ਵੀ ਏ ਬੀ ਸ਼ੋਜ਼ ਦਾ ਬੋਡੀ ਹੈਜ਼, ਆਪਾਂ ਗ੍ਰਾਫ ਦੇਖਿਆ ਸੀ ਵੀ ਕਿਹਦਾ ਗ੍ਰਾਫ ਆ ਬੇਟਾ, ਇਹ ਵੈਲੋਸਿਟੀ ਟਾਈਮ ਗ੍ਰਾਫ ਦੇ ਵਿੱਚ ਇਹ ਗ੍ਰਾਫ ਬਣਦਾ ਹੈ। ਤਾਂ ਕੀ ਮਤਲਬ ਹੈ ਇਹਦਾ, ਦੇਖੋ ਟਾਈਮ ਦੇ ਨਾਲ ਆ ਜਿਹੜੀ ਵੈਲੋਸਿਟੀ ਹੈ ਚੇਂਜ ਨਹੀਂ ਹੋ ਰਹੀ, ਤਾਂ ਉਹਦਾ ਕੀ ਮਤਲਬ ਹੈ, ਯੂਨੀਫਾਰਮ ਵੈਲੋਸਿਟੀ ਥਰੂ ਆਊਟ ਦਾ ਮੋਸ਼ਨ, ਸਾਰੇ ਮੋਸ਼ਨ ਦੇ ਵਿੱਚ ਵੈਲੋਸਿਟੀ ਹੈ ਜਿਹੜੀ ਉਹ ਯੂਨੀਫਾਰਮ ਆ, ਇੱਕ ਸਮਾਨ ਗਤੀ ਹੈ। ਠੀਕ ਹੈ, ਸਾਰੇ ਮੋਸ਼ਨ ਦੇ ਦੌਰਾਨ ਇੱਕ ਸਮਾਨ ਗਤੀ ਹੈ, ਇੱਕ ਸਮਾਨ ਵੇਗ ਹੈ, ਇੱਕ ਸਮਾਨ ਵੇਗ ਹੈ ਸਾਰੀ ਗਤੀ ਦੇ ਵਿੱਚ। ਠੀਕ ਹੈ, ਕਿਉਂਕਿ ਵੈਲੋਸਿਟੀ ਹੈ ਜਿਹੜੀ ਉਹ ਟਾਈਮ ਨਾਲ ਚੇਂਜ ਨਹੀਂ ਕਰ ਰਹੀ, ਇੱਕ ਸਮਾਨ ਗਤੀ ਹੈ। ਥਰਡ ਆਪਸ਼ਨ ਸਹੀ ਬਣੂਗੀ। ਠੀਕ ਹੈ, ਨੈਕਸਟ ਕੁਐਸਚਨ ਇੰਪੋਰਟੈਂਟ ਹੈ, ਡਾਇਗਰਾਮ ਨੂੰ ਧਿਆਨ ਨਾਲ ਦੇਖਣਾ ਬੇਟਾ। ਵੈਲੋਸਿਟੀ ਟਾਈਮ ਗ੍ਰਾਫ ਦੀ ਡਾਇਗਰਾਮ ਹੈ। ਠੀਕ ਹੈ, ਇੱਧਰਲੇ ਪਾਸੇ ਟਾਈਮ ਹੈ, ਇੱਧਰਲੇ ਪਾਸੇ ਆਪਾਂ ਨੂੰ ਵੈਲੋਸਿਟੀ ਗਿਵਨ ਹੈ 4.6, ਇੱਥੇ ਵੈਲੋਸਿਟੀ ਹੈ ਜਿਹੜੀ ਉਹ 4.6 ਹੈ, ਇੱਥੇ ਲਿਖਿਆ ਵੀ ਹੋਇਆ। ਐਕਸਲੇਸ਼ਨ ਇਨ ਫਸਟ 2 ਸੈਕਿੰਡ ਇਜ਼ 2.3 ਮੀਟਰ ਪਰ ਸੈਕਿੰਡ ਸਕੇਅਰ, ਇਹ ਥੋੜ੍ਹਾ ਜਿਹਾ ਗਲਤੀ ਲਿਖਦਾ, ਮੀਟਰ ਪਰ ਸੈਕਿੰਡ ਸਕੇਅਰ ਲਿਖਣਾ ਸੀ, ਮਿਸਟੇਕ ਆ ਗਈ। ਚਲੋ ਹੁਣ ਇੱਥੇ ਫਸਟ 2 ਸੈਕਿੰਡ ਦੇ ਵਿੱਚ ਆਪਾਂ ਜੇ ਦੇਖੀਏ ਐਕਸਲੇਸ਼ਨ ਤਾਂ ਕਿੰਨਾ ਵੀ ਯੂ ਕਿੰਨੀ ਹੈ, ਫਸਟ 2 ਸੈਕਿੰਡ ਦੇ ਵਿੱਚ 0 ਹੈ, ਫਾਈਨਲ ਵੀ ਕਿੰਨੀ ਹੈ 4.6 ਹੈ। ਟਾਈਮ ਟੀ ਕਿੰਨਾ ਵੀ ਆਪਾਂ ਨੂੰ ਦੇ ਰੱਖਿਆ ਇਹਨਾਂ ਨੇ 2 ਸੈਕਿੰਡ 'ਚ ਦੇਖਣਾ ਆਪਾਂ, ਤਾਂ ਆਪਾਂ ਐਕਸਲੇਸ਼ਨ ਕੱਢਾਂਗੇ ਏ ਇਜ਼ ਇਕੁਅਲ ਟੂ ਵੀ ਮਾਈਨਸ ਯੂ ਔਨ ਟੀ। ਵੀ ਕਿੰਨਾ 4.6, ਯੂ ਤਾਂ 0 ਹੀ ਹੈ, ਨੂੰ ਲਿਖਣ ਦੀ ਲੋੜ ਹੀ ਨਹੀਂ। ਟੀ ਆਪਣੇ ਕੋਲ ਕਿੰਨਾ ਵੀ 2, 4.6 ਨੂੰ ਆਪਾਂ ਜੇ 2 ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਬਣ ਜੂ 2.3 ਮੀਟਰ ਪਰ ਸੈਕਿੰਡ ਸਕੇਅਰ। ਇਹੀ ਕਹਿ ਰਹੇ ਨੇ ਨਾ, ਪਹਿਲੇ 2 ਸੈਕਿੰਡਾਂ ਦੇ ਵਿੱਚ ਕਹਿੰਦੇ ਉਸਦਾ ਪ੍ਰਵੇਗ 2.3 ਮੀਟਰ ਪਰ ਸੈਕਿੰਡ ਸਕੇਅਰ ਹੈ। ਐਕਸਲੇਸ਼ਨ ਇਨ ਫਸਟ 2 ਸੈਕਿੰਡ ਇਜ਼ 2.3 ਮੀਟਰ ਪਰ ਸੈਕਿੰਡ ਸਕੇਅਰ, ਤਾਂ ਆਪਾਂ ਕੱਢ ਕੇ ਦੇਖ ਲਿਆ ਵੀ ਇੰਨਾ ਹੀ ਹੈ 2.3 ਮੀਟਰ ਪਰ ਸੈਕਿੰਡ ਸਕੇਅਰ। ਪਹਿਲਾ ਸਟੇਟਮੈਂਟ ਸਹੀ ਹੈ। ਨੈਕਸਟ ਤੁਸੀਂ ਆਪ ਚੈੱਕ ਕਰ ਸਕਦੇ ਹੋ, ਇੱਥੇ ਲਾਸਟਲੇ ਦੇ ਵਿੱਚ ਵੀ ਇਹਦਾ ਜਿਹੜਾ ਐਕਸਲੇਸ਼ਨ ਹੈ ਉਹ ਵੈਲੋਸਿਟੀ ਡਿਕਰੀਜ਼ ਹੋ ਰਹੀ ਹੈ, ਉਹਦੇ ਕਰਕੇ ਮਾਈਨਸ ਦੇ ਵਿੱਚ ਹੈ, ਇਹ ਵੀ ਬਿਲਕੁਲ ਸਹੀ ਹੈ। ਐਕਸਲੇਸ਼ਨ ਇਨ ਲਾਸਟ 2 ਸੈਕਿੰਡ ਇਜ਼ ਇਕੁਅਲ ਟੂ ਮਾਈਨਸ 2.3 ਮੀਟਰ ਪਰ ਸੈਕਿੰਡ ਸਕੇਅਰ, ਇਹ ਵੀ ਸਹੀ ਹੈ। ਮੋਸ਼ਨ ਇਜ਼ ਯੂਨੀਫਾਰਮ ਬਿਟਵੀਨ ਸੈਕਿੰਡ ਐਂਡ 10th ਸੈਕਿੰਡ, ਸੈਕਿੰਡ ਇੱਥੋਂ ਤੋਂ ਲੈ ਕੇ ਇੱਥੋਂ ਤੱਕ, ਇਸ ਸਮੇਂ ਤੋਂ ਲੈ ਕੇ 2 ਸੈਕਿੰਡ ਤੋਂ ਲੈ ਕੇ 10 ਸੈਕਿੰਡ ਤੱਕ ਮੋਸ਼ਨ ਹੈ ਜਿਹੜਾ ਉਹ ਯੂਨੀਫਾਰਮ ਹੈ। ਦੇਖੋ ਬੇਟਾ ਵੈਲੋਸਿਟੀ ਚੇਂਜ ਨਹੀਂ ਹੋ ਰਹੀ ਟਾਈਮ ਨਾਲ, ਤਾਂ ਮੋਸ਼ਨ ਕੀ ਹੈ ਵੀ ਯੂਨੀਫਾਰਮ ਹੈ। ਠੀਕ ਹੈ, ਓਕੇ ਹੈ, ਇਹ ਵੀ ਸਟੇਟਮੈਂਟ ਸਹੀ ਹੈ। ਤਾਂ ਇਹਦਾ ਮਤਲਬ ਸਾਰੀਆਂ ਸਟੇਟਮੈਂਟ ਹੀ ਸਹੀ ਨੇ, ਆਲ ਆਰ ਕਰੈਕਟ। ਠੀਕ ਹੈ, ਨੈਕਸਟ ਵੀ a train travels 40 km at uniform speed of 3 km per hour. Its average speed after traveling another 40 km is 45 km per hour for the whole journey. Its speed in the second half of the journey is, second half ਦੇ ਵਿੱਚ ਆਪਾਂ ਇਹਦੀ ਸਪੀਡ ਦੱਸਣੀ ਹੈ। ਐਵਰੇਜ ਸਪੀਡ ਆਪਾਂ ਨੂੰ 45 ਦਿੱਤੀ ਹੋਈ ਹੈ। ਐਵਰੇਜ ਸਪੀਡ ਆ ਜਿਹੜੀ ਉਹ ਕਿਹਦੇ ਬਰਾਬਰ ਹੁੰਦੀ ਹੈ ਬੇਟਾ, ਟੋਟਲ ਟਾਈਮ ਟੇਕਨ
ਕੱਢਾਂਗੇ ਟੋਟਲ ਡਿਸਟੈਂਸ ਕੱਢਾਂਗੇ। ਟੋਟਲ ਡਿਸਟੈਂਸ ਆਪਾਂ ਟੋਟਲ ਟਾਈਮ ਨਾਲ ਆਪਾਂ ਡਿਵਾਈਡ ਕਰ ਦਾਂਗੇ, ਟੋਟਲ ਆਪਣੇ ਕੋਲ ਐਵਰੇਜ ਵੈਲੋਸਿਟੀ ਆ ਜਾਏਗੀ। ਠੀਕ ਹੈ, ਚਲੋ ਆਪਾਂ ਮੰਨ ਲੈਂਦੇ ਹਾਂ ਵੀ ਚਲੋ ਫਸਟ 40 ਕਿਲੋਮੀਟਰ ਦੇ ਲਈ ਇਹਦੀ ਯੂਨੀਮਮ ਸਪੀਡ ਆ ਜਿਹੜੀ ਉਹ 30 ਹੈ। ਤਾਂ ਡਿਸਟੈਂਸ ਫਸਟ ਲਈ ਕੱਢ ਰਹੇ ਨੇ S1 ਕਿੰਨੀ ਹੋ ਜੂਗੀ ਵੀ 3140 ਸੌਰੀ डिस्टेंस तो अपने को 40 किलोमीटर ही गिवन है। S1 अपने को 40 किलोमीटर ही गिवन है, S1 भी 40 किलोमीटर गिवन है, S2 भी 40 किलोमीटर, मतलब टोटल डिस्टेंस अपन 80 किलोमीटर गिवन है। टाइम कढ़ते हैं आप T1, टाइम कितना लगे भी फस्ट ली S1 भी मतलब 40/3 ਜਾਂ ਆਪਾਂ कह लीए भी 4/3, नोट कर लो बेटा अपनी कापी ते। T1 अपने को 4/3 लग्या और घंटे। T2 कितना लग्या भी T2 ਆਪਾਂ ਨੂੰ डिस्टेंस तो पता है पर अपन टाइम नहीं पता है ना, एक्स तो उन्होंने आप एक्स लै लाँगे, सॉरी अपन डिस्टेंस तो पता है, अपन स्पीड नहीं पता जी कि आप पता करनी है, तो उन्होंने आप लिखांगे 40/x। ठीक है, नोट कर लो S1 S2 T1 T2। ठीक है, S = VT वाले फार्मूले तो आप कैलकुलेट किया है, V आप कढ़ी है इतों, T आप कढ़े S1B। ठीक है, 40/30 4/3 आवर्स 40/x आवर्स। ठीक है, चलो आप हम एवरेज वेलोसिटी वाला फार्मूला लावांगे, टोटल डिस्टेंस अपॉन टोटल टाइम, तो 4/3 + 40/x = 45। नहीं बनेगा भी। ठीक है, चलो आ जड़ा इधर मल्टीप्लाई हो जाएगा जाके 80 = 45 × 4/3 + 40/x × 45। ठीक है, ये बन जाएगा 15, मतलब चौक 60 घटा देगा कितना बन जाएगा बेटा, ये घटा के 80 ਦੇ ਵਿੱਚੋਂ ਘਟ ਜੂਗਾ ਇੱਧਰ ਆ ਕੇ, ਇਹ ਆ ਚੀਜ਼ ਪਲੱਸ ਹੈ ਨਾ, 15 ਚੌਕ 60 60 80 ਚੋਂ ਘਟ ਕੇ ਤਾਂ 20 ਰਹਿ ਗਿਆ, 20 = 40 × 45/x। ठीक है, इन्हें नोट कर लो, स्क्रीनशॉट ले लो, अगे मैं कंटिन्यू करूँगा। देखो बेटा 40 × 45/x = 80, ये अपन गिवन है। 80 ਦੇ ਵਿੱਚੋਂ करते सी आप 60, अपने को इधर 20 ही रह गया सी। चलो तो x = आ x उधर जाके मल्टीप्लाई हो जू 20 नाल, ते 20 इधर आके डिवाइड हो जू, x = 40 × 45 / 20, 0 0 कैंसल 2, 45 ਨੂੰ 2 ਨਾਲ ਮਲਟੀਪਲਾਈ ਕੀਤਾ ਤਾਂ x = 19 km/h। ਜਿਹੜੀ ਸੈਕੰਡ ਹਾਫ ਦੇ ਵਿੱਚ ਉਹਦੀ ਸਪੀਡ ਰਹੀ ਹੈ ਬੇਟਾ, ਉਹ ਕਿੰਨੀ ਰਹੀ ਆ 90 km/ਘੰਟਾ ਰਹੀ ਹੈ। ਕੀ ਕੰਸੈਪਟ ਲਾਇਆ ਆਪਾਂ, ਐਵਰੇਜ ਵੈਲੋਸਿਟੀ ਜਾਂ ਸਪੀਡ = ਟੋਟਲ ਟਾਈਮ ਕੱਢਾਂਗੇ, ਟੋਟਲ ਡਿਸਟੈਂਸ ਕੱਢਾਂਗੇ, डिवाइड कर देंगे ना, टोटल डिस्टेंस कवर्ड डिवाइड बाय टोटल टाइम टेकन = एवरेज वेलोसिटी। एवरेज वेलोसिटी या स्पीड अपन 45 दी सी, वो इक्वल रखता, तो उत्थे अपने को नैक्सट हाफ के लिए जी वेलोसिटी है वो आ गई 90 km/घंटा हैगी है भी ऑप्शन बी ऑप्शन सही है। नैक्सट बहुत सौखा है क्वेश्चन, तुहानू देख के पता लग गया हूँ। डिसप्लेसमेंट टाइम ग्राफ है, डिस्टेंस टाइम ग्राफ, द टाइम डिसप्लेसमेंट ग्राफ शोज़ दैट, बहुत बच्चे नूं आउंदा होना बेटा, बहुत सौखा ना। जे सीधी रेखा नहीं बनती तो वह मतलब की है एन ऑब्जेक्ट मूविंग विद नॉन यूनीफॉर्म स्पीड। जे सीधी रेखा बनती फिर भी आप कहते भी यूनीफॉर्म स्पीड नाल मूव कर रहा है, जे सीधी रेखा नहीं बनी एवें बन गई तो वह मतलब नॉन यूनीफॉर्म स्पीड नाल ऑब्जेक्ट आ जिहड़ा वो मूव कर रहा है। ठीक है बेटा, ये सीगे कुछ क्वेश्चन तुहाडे टॉपिक मोशन दे विचों। बाकी तुसीं होर इस टॉपिक की रिविजन करनी है तो 9वीं की साइंस के न्यूमैरिकल आ जोड़े वो करके जरूर देखने हैं। थैंक यू बेटा।